वाहिगुरु जी का खालसा वाहिगुरु जी की फतेह। दीन दुनिया दे मालक शब्द सतगुरु श्री गुरु ग्रंथ साहिब जियां दे पवित्र अते पावन चरना कमलों दे विच संध्या दे दीवाना दियां हाजरियां भरते हुए समय अते सवासां नूं सफलियां बढ़ा रहे हो। सतगुरां दी पावन जीवन कथा जिस विचों आप जी ने सरवण कीता सी, गुरु नानक साहिब सच्चे पातशाह जी मोदी खाने की कृत बेपरवाही नाल कर रहे हैं। रिश्ते विच सतगुरां दी सस मां चंदो रानी अपनी पुत्री के दुखों निवृत्त करने की कोशिश कर रही है। जिस वेले सतगुरां दे भैन जी ने कुछ सवाल उन्होंने कीते, जो जवाब ना आया, फिर अपनी पुत्री ਲਈ हमदर्दी लेके शाम वेले फिर आ गए। हुण कुछ गल्लां बड़ियां ठोस होईयां ने। भैन नानकी जी आखदे आ, मैं इन्हां नूं हमेशा अपनी छोटी ते प्यारी भरजाई जाणिया, पर तुहाडी सपुत्री मेरे बुलाया नहीं आती। जे किते आउंदे भी ने मंदे चंगे बोल बोल के मुड़ जाते ने, मैं कदे भी कुछ नहीं आखदा। जो तो बहना ही कोले नहीं, मिलना ही नहीं, फिर के मन मुटाव वासी वादे जाते हैं। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन व्यक्तियों गुरु चरणों में जोड़िए। प्रेम दी पाओ सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपई काबना सदन में बदन दिखावें, निसबासुर सब बहर बितावें। भाई बाला जी इस पावन कथा नूं संगतां ताई खडूर साहिब की पावन धरती ते सुना रहे ने। गुरु अंगद दे पातशाह आप सरवण कर रहे हैं। हुण सतगुरां दे जीवन की कथा दे विचों एक घरेलू घर परिवार की वार्ता है, जिस विचों बड़ा कुछ सीखण लई ते जिउण लई मिलदा है। सतगुरां दी सस चंदो रानी जदों चल के जयराम जी दे घर फिर आए ने, वो हुण अपनी धी दे कुछ दुख जो पदार्थ माया वस्तुओं तो इलावा ने, उन्हां दा जिक्र बड़ा भावुक होके करते हैं। तुहाडे भराता गुरु नानक साहब कदे घरे आके अपना मुख भी नहीं विखाउंदे। मुख ना विखाउण दा भाव भी आउणा ही नहीं करे। रब सबबी कदे महीने 2 महीने बाद मेरी पुत्री उन्हां दा चेहरा वेखदी है।
ਪੁੱਤਰ ਜੀ ਇਹ ਹਾਲਾਤ ਘਰ ਪਰਿਵਾਰ ਦੇ ਬਣੇ ਹੋਣ, ਗ੍ਰਸਤੀ ਨਹੀਂ ਨਿਭਦੀ ਹੁੰਦੀ। ਹੋ ਸਕਦਾ ਮੇਰੀ ਧੀ ਦੇ ਵਿੱਚ ਸੁਭਾਅ ਕਰਕੇ ਕੁਝ ਕਮੀਆਂ ਹੋਣ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰਮੋਹੇ ਹੋਣਾ ਚਾਹੀਦਾ ਨਹੀਂ। ਨਹੀਂ ਬੋਲਤ ਤਿਹ ਸੋਖ ਬਿਆਈ, ਮਨ ਸਮਝਿਓ ਆਪਣੇ ਪਰਥਾਈ। ਪਰ ਉਹ ਤੇ ਏਦਾਂ ਦੇ ਨੇ, ਕਦੇ ਸਾਡੇ ਹੁੰਦਿਆਂ ਵੀ ਘਰ ਨਹੀਂ ਆਏ। ਅਸੀਂ ਮਿਲਣ ਆਉਂਦੇ ਹਾਂ, ਸਾਡਾ ਜਵਾਈ ਕਦੇ ਸਾਨੂੰ ਨਹੀਂ ਮਿਲਿਆ। ਮੇਰੀ ਪੁੱਤਰੀ ਦੀ ਇੱਕੋ ਇੱਕ ਇੱਛਾ ਹੈ, ਮੇਰਾ ਪਤੀ ਮੇਰੇ ਨਾਲ ਬੈਠੇ ਦਿਲ ਦੀਆਂ ਗੱਲਾਂ ਕਰੇ। ਉਹ ਨਹੀਂ ਕਰਦੇ। ਆਪਣੇ ਸਾਥੀਆਂ ਦਾ ਰਹਿੰਦੇ ਆ, ਮੋਦੀ ਖਾਨੇ 'ਚ ਸਾਰਾ ਦਿਨ ਸਾਰੀ ਰਾਤ ਗੁਜ਼ਾਰ ਦਿੰਦੇ ਆ, ਪਰ ਕਦੇ ਘਰ ਆ ਕੇ ਨਾ ਬਸਤਰ ਬਦਲਦੇ ਨੇ, ਨਾ ਕੁਝ ਛੱਡਦੇ ਨੇ, ਨਾ ਕੋਈ ਗੱਲਬਾਤ ਕਰਦੇ ਆ। ਬਸ ਸਾਡਾ ਤੇ ਆਹੀ ਇੱਕ ਦੁੱਖ ਹੈ ਵੀ ਜੇ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਘਰੇ ਆ ਕੇ ਆਪਣੀ ਧਰਮ ਪਤਨੀ ਨਾਲ ਪ੍ਰੇਮ ਦੀਆਂ ਗੱਲਾਂ ਕਰ ਲੈਣ, ਦੁੱਖ ਸੁੱਖ ਕਰ ਲੈਣ, ਸਾਡੇ ਲਈ ਵੱਡੀ ਖੁਸ਼ੀ ਹੋਵੇਗੀ। ਸੋਹਣਾ ਪੁੰਨ ਭਨਤ ਨਾਨਕੀ ਬਾਣੀ, ਮਿਰਦੁਲ ਮਦਰ ਗੁਣ ਗਨ ਜਨ ਬਾਣੀ। ਜਿਸ ਵੇਲੇ ਭੈਣ ਨਾਨਕੀ ਨੇ ਇਹ ਬਚਨ ਸੁਣੇ ਨੇ, ਸੁਣ ਕੇ ਉਹ ਬੜੇ ਮਿੱਠੇ ਸ਼ਬਦਾਂ ਵਿੱਚ ਬੋਲੇ। ਸ਼ਬਦ ਹੀ ਹੁੰਦੇ ਆ, ਅੱਗ ਲਾ ਜਾਂਦੇ ਆ। ਸ਼ਬਦ ਹੀ ਹੁੰਦੇ ਨੇ, ਜ਼ਹਿਰ ਨੂੰ ਅੰਮ੍ਰਿਤ ਬਣਾ ਕੇ ਪਿਲਾ ਜਾਂਦੇ ਆ। ਬੜੇ ਮਿੱਠੇ ਸ਼ਬਦਾਂ ਵਿੱਚ ਆਖਣ ਲੱਗੇ, ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਦਿਲ ਦੀ ਪੀੜਾ, ਤੁਹਾਡੇ ਅੰਦਰ ਦੀ ਵੇਦਨਾ ਨੂੰ ਮੈਂ ਭਲੀ ਪ੍ਰਕਾਰ ਜਾਣਦੀ ਹਾਂ। ਏ ਮਾਸੀ ਤੂੰ ਸਭ ਬਿਦ ਸਾਚੀ, ਤਬ ਤਨੀਆਂ ਪੀ ਸਚ ਉਵਾਸੀ। ਮਾਸੀ ਜੀ ਮੈਂ ਹੁਣ ਤੱਕ ਵੇਖਿਆ ਵੀ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਬਿਲਕੁਲ ਸੱਚੀ ਹੈ। ਜਿਹੜੇ ਇਲਜ਼ਾਮ ਉਹਨਾਂ ਕੱਲ ਪਰਸੋਂ ਲਾਏ ਆ ਉਹ ਸੱਚੇ ਨਹੀਂ ਸੀ। ਆ ਸੱਚ ਹੈ ਵੀ ਗੁਰੂ ਸਾਹਿਬ ਘਰ ਨਹੀਂ ਆਉਂਦੇ, ਉਹ ਆਪਣੀ ਧਰਮ ਪਤਨੀ ਨੂੰ ਬੁਲਾਉਂਦੇ ਨਹੀਂ, ਚੁੱਪ ਰਹਿੰਦੇ ਆ। ਇਸ ਗੱਲ ਦੀ ਹਾਮੀ ਸਤਿਗੁਰਾਂ ਦੀ ਭੈਣ ਬੇਬੇ ਨਾਨਕੀ ਨੇ ਭਰ ਦਿੱਤੀ ਆ। ਮਾਸੀ ਜੀ ਤੁਸੀਂ ਇਹ ਸੱਚ ਬੋਲ ਰਹੇ ਹੋ, ਬਿਲਕੁਲ ਸੱਚੀ ਗੱਲ ਹੈ। ਮੇਰਾ ਵੀਰ ਘਰ ਨਹੀਂ ਆਉਂਦਾ, ਉਹ ਤੇ ਸਾਡੇ ਘਰ ਵੀ ਕਈ ਮਹੀਨੇ ਨਹੀਂ ਹੋਣਾ ਹੁੰਦਾ। ਇਸ ਗੱਲ ਵਿੱਚ ਕੋਈ ਦੁਰਾਵਾ ਨਹੀਂ ਹੈ, ਕੋਈ ਝੂਠ ਨਹੀਂ ਹੈ। ਤੁਹਾਡਾ ਇਹ ਦੁੱਖ ਬਿਲਕੁਲ ਵਾਜਬ ਹੈ। ਅਦਪ ਅਸ ਪ੍ਰਕਾਰ ਸਮਝਾਈਏ, ਹੋਏ ਦੀਨ ਮਨ ਸੇਵਕ ਮਾਈਏ। ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਇਹਦਾ ਸੋਲੂਸ਼ਨ, ਇਹਦਾ ਹੱਲ ਕੀ ਹੈ? ਹੱਲ ਇੱਕੋ ਹੀ ਹੈ ਵੀ ਮੇਰੀ ਬੇਨਤੀ ਸਵੀਕਾਰ ਕਰਿਓ। ਤੁਹਾਡੀ ਸਹੋਦਰੀ ਸੁਲੱਖਣੀ ਜੀ ਉਹ ਆਪਣੇ ਜੀਵਨ ਦੇ ਵਿੱਚ ਥੋੜੀ ਦੀਨਤਾ ਲੈ ਆਉ। ਦੀਨਤਾ ਤੋਂ ਭਾਵ ਕੀ ਹੈ? ਨਿਰਮਾਣਤਾ, ਨੀਵਾਂਪਨ, ਸਹਿਣ ਸ਼ਕਤੀ, ਸਹਿਣਸ਼ੀਲਤਾ। ਉਹਨਾਂ ਬੇਨਤੀ ਕੀਤੀ ਹੈ, ਕਹਿੰਦੇ ਸ਼ੁਰੂਆਤ ਕਰ ਦੇਣ, ਕਿਉਂਕਿ ਅਜੇ ਵਿਆਹ ਹੋਏ ਨੂੰ ਬਹੁਤਾ ਲੰਬਾ ਸਮਾਂ ਨਹੀਂ ਹੋਇਆ। ਰਿਸ਼ਤੇ ਲੰਬੇ ਹੋਣ ਤੇ ਪੁਰਾਣੇ ਹੋਣ, ਉਹ ਸਮਾਂ ਦੱਸਦਾ ਵੀ ਉਸ ਵੇਲੇ ਕਿਹਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ। ਪਰ ਇਹ ਜੀ ਰਿਸ਼ਤੇ ਦੀ ਸ਼ੁਰੂਆਤ ਸੀ, ਇਸ ਕਰਕੇ ਬੇਬੇ ਨਾਨਕੀ ਜੀ ਆਖਣ ਲੱਗੇ ਨੇ, ਕਿਰਪਾ ਕਰਕੇ ਆਪਣੀ ਸੁਪੁੱਤਰੀ ਨੂੰ ਬੇਨਤੀ ਕਰੋ, ਕਿਉਂਕਿ ਮੇਰਾ ਸਮਝਾਇਆ ਉਹਨਾਂ ਨੂੰ ਠੀਕ ਨਹੀਂ ਲੱਗਣਾ। ਤੁਹਾਡਾ ਸਮਝਾਇਆ ਗੱਲ ਤੇ ਉਹੀ ਹੈ। ਜੇ ਗੱਲ ਉਹ ਮਾਂ ਕਹਿ ਦੇਗੀ ਤੇ ਬਹੁਤ ਚੰਗੀ ਹੈ, ਉਹੀ ਗੱਲ ਜੇ ਨਣਦ ਨੇ ਬੋਲ ਦਿੱਤੀ ਤੇ ਸ਼ਾਇਦ ਫੀਲ ਹੋਏਗਾ ਮੈਨੂੰ ਨੀਚਾ ਵਿਖਾਉਂਦੇ ਆ, ਮੇਰੇ ਤੇ ਆਪਣਾ ਹੁਕਮ ਝਾੜਦੇ ਆ, ਥੋਪਦੇ ਆ। ਇਹ ਕੌਣ ਹੁੰਦੇ ਮੈਨੂੰ ਸਮਝਾਉਣ ਵਾਲੇ? ਫਿਰ ਇਹ ਆਈ ਉਹਨਾਂ ਬੜੇ ਪਿਆਰ ਨਾਲ ਆਖਿਆ, ਕਹਿੰਦੇ ਉਹਨਾਂ ਨੂੰ ਆਖੋ ਦੀਨਤਾ ਚ ਆਉਣ, ਨਿਮਰਤਾ ਚ ਆਉਣ, ਉਹ ਆਪਣੇ ਪਤੀ ਨੂੰ ਪਰਮੇਸ਼ਰ ਨਾ ਸਮਝਣ। ਧਿਆਨ ਦਿਓ, ਭੈਣ ਨਾਨਕੀ ਕਹਿ ਰਹੇ ਆ, ਮਾਸੀ ਆਪਣੇ ਪਤੀ ਨੂੰ ਪਰਮੇਸ਼ਰ ਨਾ ਸਮਝਣ, ਕਿਉਂਕਿ ਉਹ ਹੈ ਹੀ ਪਰਮੇਸ਼ਰ ਨੇ। ਇੱਕ ਤੇ ਹੁੰਦਾ ਸਮਝਣਾ ਤੇ ਇੱਕ ਹੁੰਦਾ ਹੈ ਵੀ ਉਹ ਹੈ ਆ। ਤੁਸੀਂ ਕਿਸੇ ਨੂੰ ਕਿਸੇ ਵਰਗੇ ਸਮਝਦੇ ਹੋ, ਪਰ ਕੋਈ ਸੱਚਮੁੱਚ ਉਹ ਹੈ ਜਿਹਦੇ ਵਰਗਾ ਅਸੀਂ ਕਿਸੇ ਨੂੰ ਦੱਸੀਦਾ।
ਵੀ ਤੂੰ ਉਹਦੇ ਵਰਗਾ ਬਣ। ਆਖਣ ਲੱਗੇ ਉਹਨੂੰ ਪਰਮੇਸ਼ਰ ਨਾ ਸਮਝੋ, ਉਹਨਾਂ ਦੇ ਪਤੀ ਸੱਚਮੁੱਚ ਰੱਬ ਨੇ, ਪਰਮੇਸ਼ਰ ਨੇ। ਤੇ ਜੇ ਹੁਣ ਰੱਬ ਇੰਨਾ ਵੱਡਾ ਹੈ ਤੇ ਵੱਡੇ ਨਾਲ ਰਹਿਣਾ ਕਿਹੜਾ ਸੌਖਾ ਹੈ। ਵੱਡਿਆਂ ਨਾਲ ਵਸਣ ਵਾਸਤੇ ਦਿਲ ਦੇ ਵੱਡੇ ਹੋਣਾ ਪੈਂਦਾ। ਆਖੋ ਸਤਿਨਾਮ। ਛੋਟੇ ਲੋਕ ਬਿਰਤੀ ਕਰਕੇ ਵੱਡਿਆਂ ਨਾਲ ਬਹੁਤੀ ਦੇਰ ਲੰਮਾ ਰਿਸ਼ਤਾ ਨਹੀਂ ਨਿਭਾ ਸਕਦੇ, ਕਿਉਂਕਿ ਜਿਨ੍ਹਾਂ ਦੇ ਦਿਲ ਬੜੇ ਛੋਟੇ ਆ ਉਹ ਵੱਡੇ ਘਾਟੇ ਵਾਦੇ ਨਹੀਂ ਕਰ ਸਕਦੇ। ਇੱਥੇ ਬੜੇ ਅਦਬ ਨਾਲ ਸਮਝਾਉਂਦੇ ਆ। ਆਖਣ ਲੱਗੇ ਆਪਣੀ ਪੁੱਤਰੀ ਨੂੰ ਬੇਨਤੀ ਕਰਿਓ, ਪਿਆਰ ਨਾਲ ਸਮਝਾਇਓ ਵੀ ਤੁਸੀਂ ਥੋੜੀ ਹਲੀਮੀ ਰੱਖੋ, ਨਿਮਰਤਾ ਰੱਖੋ। ਕੀ ਹੋਇਆ ਜੇ ਗੁਰੂ ਸਾਹਿਬ ਘਰ ਨਹੀਂ ਆਉਂਦੇ, 2 ਮਹੀਨੇ ਨਹੀਂ ਆਉਣਗੇ, 6 ਮਹੀਨੇ ਨਹੀਂ ਆਉਣਗੇ, ਸ਼ਿਕਾਇਤ ਨਾ ਕਰੋ, ਉਲਾਂਭੇ ਨਾ ਦੇ। ਕਿਉਂਕਿ ਜਦ ਇਹ ਗੱਲਾਂ ਗੁਰੂ ਸਾਹਿਬ ਕੋਲ ਜਾਂਦੀਆਂ ਹੋਣਗੀਆਂ, ਜੇ ਉਹ ਮਾੜਾ ਜਿਹਾ ਘਰੇ ਆਉਣਾ ਵੀ ਚਾਹੁੰਦੇ ਹੋਣਗੇ, ਉਹਨਾਂ ਪਿੱਛੇ ਹਟ ਜਾਂਦੇ ਆ। ਕੀ ਸਮਝਾ ਰਹੇ ਆ ਵੀ ਉਹਨਾਂ ਨੂੰ ਕੋਈ ਚੁੱਪ ਰਹਿਣ, ਆਪਣੀ ਜ਼ੁਬਾਨ ਤੋਂ ਕੋਈ ਐਸਾ ਸ਼ਬਦ ਨਾ ਬੋਲਣ। ਪਰਖੋਤਮ ਹੋਵੇ ਸਵੈ ਦੀਨਾ, ਇਉਂ ਭਾਖਤ ਹੈ ਗੁਣੀ ਪਰਬੀਨਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਆਮ ਵਿਅਕਤੀ ਨਹੀਂ, ਉਹ ਪਰਸ਼ੋਤਮ ਪੁਰਸ਼ ਨੇ, ਜਿਨ੍ਹਾਂ ਬਾਰੇ ਆਪਾਂ ਮੰਗਲਾਚਰਨ ਕਦੇ ਕਦੇ ਪੜ੍ਹਦੇ ਆ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਤ। ਪਰਸ਼ੋਤਮੰ ਦਾ ਭਾਵ ਕੀ ਹੈ? ਉੱਤਮ ਪੁਰਸ਼। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਜਿਹੜਾ ਪੁਰਸ਼ ਸ਼ਬਦ ਆ ਨਾ, ਇਹ ਪ੍ਰਾਇਵਾਚੀ ਨਹੀਂ ਹੈ, ਲਿੰਗ ਪਲਿੰਗ ਵਾਲਾ ਪੁਰਸ਼ ਨਹੀਂ ਹੈ ਵੀ ਇੱਕ ਪੁਰਸ਼ ਵਿਅਕਤੀ ਹੋ ਗਿਆ। ਪੁਰਸ਼ ਉਸ ਪਰਮਾਤਮਾ ਨੂੰ ਕਿਹਾ ਜਿਹਨੂੰ ਕਿਹਾ ਪ੍ਰਖੋਤਮ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਆਮ ਵੇਦਾਂ ਕਿਤਾਬਾਂ 'ਚ ਤੁਸੀਂ ਇਹਨੂੰ ਪੜ੍ਹੋਗੇ, ਗੁਰਬਾਣੀ ਵਿੱਚ ਵੀ ਮਹਾਰਾਜ ਨੇ ਪ੍ਰਖੋਤਮ ਪਰਸ਼ੋਤਮ ਸ਼ਬਦ ਬੜੀ ਵਾਰ ਵਰਤਿਆ ਹੈ। ਇਹਦਾ ਭਾਵ ਕੀ ਆ? ਉੱਤਮ, ਸਿਆਣੇ। ਪ੍ਰਵੀਨ ਹੁੰਦਾ ਅੰਤਰਜਾਮੀ, ਕਹਿੰਦੇ ਉਹ ਬਹੁਤ ਸਿਆਣੇ ਆ। ਸਿਆਣਿਆਂ ਦੀ ਨਿਭਦੀ ਕਿਹਨਾਂ ਨਾਲ ਹੈ? ਜਿਨ੍ਹਾਂ 'ਚ ਨਿਮਰਤਾ ਹੋਵੇ, ਨਿਰਮਾਣਤਾ ਹੋਵੇ। ਹਰ ਵਿਅਕਤੀ ਆਪਣੇ ਸੁਭਾਅ ਦੇ ਮੁਤਾਬਕ ਆਪਣੇ ਦੋਸਤ ਅਤੇ ਰਿਸ਼ਤੇ ਬਣਾਉਂਦਾ ਹੈ। ਤੁਹਾਡੇ ਸੁਭਾਅ ਤੋਂ ਉਲਟ ਕੋਈ ਰਿਸ਼ਤਾ ਬਣ ਜੇ, ਵਿਵਾਦ ਤੇ ਲੜਾਈ ਦਾ ਕਾਰਨ ਹੋ ਜਾਏ। ਜੇ ਸੁਭਾਅ ਨਹੀਂ ਮੈਚ ਕਰਦਾ, ਭਾਵੇਂ ਕੁਝ ਵੀ ਤੁਹਾਡੇ ਕੋਲ ਹੋਵੇ, ਸੁੱਖ ਨਹੀਂ ਆ ਸਕਦਾ, ਦੁੱਖ ਰਹਿਣਗੇ। ਹੁਣ ਇੱਥੇ ਉਹ ਦੱਸ ਰਹੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਭਾਅ ਬੜਾ ਦੀਨ ਹੈ, ਨਿਮਰਤਾ ਵਾਲਾ ਹੈ। ਉਹ ਆਪਣੇ ਆਪ ਨੂੰ ਗਰੀਬ ਸਮਝਦੇ ਆ, ਆਪਣੇ ਆਪ ਨੂੰ ਸਭ ਤੋਂ ਛੋਟੇ ਮੰਨਦੇ ਆ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਮਹਿਮਾ ਹੈ, ਜੋ ਮਹਿਮਾ ਭੈਣ ਨਾਨਕੀ ਜੀ ਦਰਸਾ ਰਹੇ ਆ। ਜਿਹੜੀ ਮਹਿਮਾ ਸਤਿਗੁਰਾਂ ਦੇ ਭੈਣ ਜੀ ਦੱਸ ਰਹੇ ਆ, ਕਹਿੰਦੇ ਸੱਸ ਚੰਦੋ ਰਾਣੀ ਭਾਵਨਾ ਨਾਲ ਸੁਣਦੀ ਐ। ਹੋਵੇ ਪਰਸੰਨ ਦੀਨਨ ਪਰ ਦਿਆਲਾ, ਕਬ ਨਾ ਮਿਟਾਵੇ ਬਿਰਥੀ ਘਲ। ਕਹਿੰਦੇ ਉਹ ਰੱਬ ਪਰਮਾਤਮਾ ਵਾਹਿਗੁਰੂ ਕਦੇ ਕਿਸੇ ਦੀ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ। ਇੱਕ ਪਲ, ਇੱਕ ਤਿਲ ਵੀ ਕਿਸੇ ਨੇ ਕੁਝ ਚੰਗਾ ਕੀਤਾ ਹੋਵੇ, ਇਹ ਕਦੇ ਨਹੀਂ ਹੋ ਸਕਦਾ ਵੀ ਪਰਮਾਤਮਾ ਉਹਦਾ ਫਲ ਨਾ ਦੇਵੇ। ਉਹ ਤੇ ਇੱਕ ਤਿਲ ਨਾ ਭੰਨੈ ਘਾਲੇ, ਬਾਣੀ ਦਾ ਸ਼ਬਦ ਹੈ। ਕਹਿੰਦੇ ਰੱਬ ਤਿਲ ਮਾਤਰ ਵੀ ਕਿਸੇ ਦੀ ਚੰਗਿਆਈ ਨੂੰ ਬਰਬਾਦ ਨਹੀਂ ਕਰਦਾ, ਫਲ ਜ਼ਰੂਰ ਦਿੰਦਾ, ਭਾਵੇਂ ਚੰਗਾ ਭਾਵੇਂ ਮਾੜਾ ਕੀਤਾ। ਇੱਕ ਮਨੁੱਖ ਹੈ ਜੋ ਕਿਸੇ ਦੀ ਚੰਗਿਆਈ ਨੂੰ ਦੱਬ ਕੇ ਆਪਣਾ ਨਾਮ ਵੱਡਾ ਕਰ ਸਕਦਾ ਹੈ, ਖੁਦ ਮਹਾਨ ਬਣ ਸਕਦਾ ਹੈ। ਆਖਣ ਲੱਗੇ ਗੁਰੂ ਨਾਨਕ ਸਾਹਿਬ ਮਹਾਨ ਪੁਰਸ਼ ਨੇ, ਪ੍ਰਖੋਤਮ ਨੇ। ਜੇ ਉਹਨਾਂ ਨੂੰ ਆਪਣੀ ਧਰਮ ਪਤਨੀ ਵਿੱਚ ਕੁਝ ਗੁਣ ਦਿਸਣਗੇ ਨਾ, ਉਹ ਆਪਣੇ ਆਪ ਹੀ ਆ ਜਾਣਗੇ। ਦੇਖੋ ਕਿੰਨੀ ਵੱਡੀ ਅਵਸਥਾ ਹੈ। ਇਹ ਸੰਸਾਰੀ ਗੱਲ ਨਹੀਂ ਚੱਲ ਰਹੀ ਇੱਥੇ, ਇਹ ਸਮਝਣ ਵਾਲੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਤੀ ਦੇ ਰੂਪ ਵਿੱਚ ਨਾ ਵੇਖਣ, ਪਰਮੇਸ਼ਰ ਦੇ ਰੂਪ ਵਿੱਚ ਪਛਾਣਨ। ਵੇਖਿਓ ਇੱਕ ਨਾ ਇੱਕ ਦਿਨ ਉਹ ਆਪ ਬੁਲਾਉਣਗੇ। ਹਾਥ ਬੰਦ ਹੋਂ ਪੀਤੇ ਕਹਿ ਹੋਂ, ਔਰ ਮਹਿ ਡਰਤ ਸਦਾ ਹੀ ਰਹਿ। ਜੇ ਮਾਸੀ ਜੀ ਤੁਸੀਂ ਆਖਦੇ ਹੋ ਮੈਂ ਆਪਣੀ ਤਰਫ ਤੋਂ ਇੱਕ ਵਾਰ ਕੋਸ਼ਿਸ਼ ਕਰ ਸਕਦੀ ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਨ ਦੀ ਕੋਸ਼ਿਸ਼, ਪਰ ਮੈਨੂੰ ਉਹਨਾਂ ਤੋਂ ਡਰ ਬਹੁਤ ਲੱਗਦਾ ਹੈ। ਡਰ ਕਿੱਥੇ ਲੱਗਦਾ ਹੈ? ਜਿੱਥੇ ਪ੍ਰੇਮ ਸੱਚਾ ਹੋਵੇ। ਜਿੱਥੇ ਪ੍ਰੇਮ ਨਹੀਂ, ਜਿੱਥੇ ਸੱਚ ਨਹੀਂ, ਉੱਥੇ ਡਰ ਹੁੰਦਾ ਹੀ ਨਹੀਂ। ਜਿਸ ਰਿਸ਼ਤੇ ਵਿੱਚ ਡਰ ਹੋਏਗਾ ਸਮਝੋ ਰਿਸ਼ਤਾ ਸੱਚਾ ਹੈ। ਜੇ ਰਿਸ਼ਤੇ ਦੇ ਵਿੱਚ ਡਰ ਪੈ ਨਹੀਂ ਨਾ, ਕਿਉਂ ਬਸ
ਦੁਨਿਆਵੀ ਤੌਰ ਹੀ ਹੈ, ਟਾਈਮ ਪਾਸ ਹੀ ਹੈ। ਭੈਣ ਜੀ ਆਖਦੇ ਕਹਿੰਦੇ ਮੈਨੂੰ ਆਪਣੇ ਵੀਰ ਤੋਂ ਡਰ ਬੜਾ ਲੱਗਦਾ ਹੈ। ਡਰ ਕਿਸ ਗੱਲ ਦਾ ਲੱਗਦਾ ਹੈ ਜੀ? ਜਿਹੜੇ ਮਾੜਾ ਚੰਗਾ ਨਹੀਂ ਕਹਿੰਦੇ ਕਦੇ, ਉਹਨਾਂ ਤੋਂ ਕਾਹਦਾ ਡਰਨਾ ਹੈ? ਇਹ ਅੰਤਰੀਵ ਡਰ ਹੈ, ਭਾਵਨਾਤਮਕ ਡਰ ਹੈ। ਆਖਣ ਲੱਗੇ ਮੇਰੀ ਜ਼ਰੂਰਤ ਨਹੀਂ ਹੈ, ਮੈਂ ਉਹਨਾਂ ਨੂੰ ਕੁਝ ਬੈਠ ਕੇ ਸਮਝਾਵਾਂ। दोहर तुम जानोगे प्रात को, करत सो जसि हम पास, हो न लखो सुरदाच से परमेश्वर संकास। ਮਾਸੀ ਜੀ ਇਹਦੇ ਵਿੱਚ ਕਸੂਰ ਤੁਹਾਡਾ ਨਹੀਂ ਵੀ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝ ਨਹੀਂ ਪਾਏ। ਉਹ ਹੈ ਹੀ ਐਸੇ, ਉਹ ਕਹਿ ਰਹੀ ਇੰਨੇ ਨੇ ਜਿਨ੍ਹਾਂ ਨੂੰ ਸਮਝਣ ਵਾਸਤੇ ਕਈ ਜਨਮਾਂ ਦੀ ਤਪੱਸਿਆ ਚਾਹੀਦੀ ਹੈ। ਤੁਹਾਡਾ ਕੀ ਕਸੂਰ ਹੈ? ਅੱਜ ਤੱਕ ਮੇਰਾ ਬਾਬੁਲ, ਮੇਰਾ ਪਿਤਾ ਆਪਣੇ ਪੁੱਤਰ ਨੂੰ ਸਮਝ ਨਹੀਂ ਸਕਿਆ। ਆਖੋ ਸਤਿਨਾਮ। ਵਕਤ ਲੱਗੇਗਾ ਤੁਹਾਨੂੰ। ਜਿਸ ਦਿਨ ਤੁਹਾਨੂੰ ਇਸ ਗੱਲ ਦੀ ਸਮਝ ਆ ਗਈ ਨਾ, ਪਛਾਣ ਆ ਗਈ ਗੁਰੂ ਨਾਨਕ ਸਾਹਿਬ ਕੌਣ ਨੇ, ਤੁਹਾਡੇ ਉਲਾਂਭੇ ਖਤਮ ਹੋ ਜਾਣਗੇ। ਜਦੋਂ ਸਾਨੂੰ ਕਿਸੇ ਨੂੰ ਕਿਸੇ ਤੱਕ ਕੋਈ ਉਲਾਂਭ ਹੈ, ਮਤਲਬ ਉਹ ਸਮਝਿਆ ਨਹੀਂ ਹੈ। ਜਿਸ ਦਿਨ ਸਮਝ ਆ ਗਈ, ਉਲਾਂਭੇ ਮੁੱਕ ਜਾਣਗੇ ਸਾਰੇ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਕਹਿੰਦੇ ਇੰਨੀ ਭਾਵਨਾ ਵਾਲੇ ਸ਼ਬਦ ਉਹਨਾਂ ਦੇ ਵੱਡੇ ਭੈਣ ਜੀ ਵਰਤ ਰਹੇ ਆ, ਜੋ ਉਮਰ ਵਿੱਚ 5 ਸਾਲ ਵੱਡੇ ਆ। ਦੁਨਿਆਵੀ ਤੌਰ ਤੇ ਆਪਾਂ ਭੈਣ ਭਰਾ ਹੋਈਏ, ਵੱਡੇ ਛੋਟੇ, ਛੋਟੇ ਨੂੰ ਆਪਾਂ ਕੀ ਸਮਝਦੇ ਹਾਂ ਜੀ? ਘਰ 'ਚ ਕੁਛ ਵੀ ਨਹੀਂ, ਬਸ ਆਪਾਂ ਹੀ ਮੇਲ ਹੁੰਦੇ। ਪਰ ਵੇਖੋ ਭਾਵਨਾ ਕਿੱਡੀ ਵੱਡੀ ਹੈ। ਉਹ ਆਪਣੀ ਮਾਸੀ ਜੀ ਨੂੰ ਸਮਝਾਉਂਦੇ ਆ, ਕਹਿੰਦੇ ਤੁਸੀਂ ਆਪਣੀ ਪੁੱਤਰੀ ਨੂੰ ਬੇਨਤੀ ਕਰੋ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਕੌੜਾ ਸ਼ਬਦ ਨਹੀਂ ਵਰਤਣਾ, ਕੋਈ ਮੰਦ ਸ਼ਬਦ ਨਹੀਂ ਉਹਨਾਂ ਨੂੰ ਵਰਤਣਾ। ਜੇ ਘਰ ਆ ਗਏ ਤੇ ਤਾਨਾ ਨਹੀਂ ਮਾਰਨਾ, ਕੁਛ ਨਹੀਂ ਕਹਿਣਾ। ਕਿਉਂਕਿ ਜਿਹੜੇ ਉੱਤਮ ਪੁਰਸ਼ ਹੁੰਦੇ ਆ, ਉਹ ਕੋਸ਼ਿਸ਼ ਕਰਦੇ ਆ ਵੀ ਜਦੋਂ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਤੇ ਕੋਈ ਬੁਰਾਈ ਸਾਡੇ ਕੋਲ ਵੀ ਨਾ ਕਰੇ। ਇਹ ਬੜਪਣ ਹੁੰਦਾ ਹੈ ਉਹਨਾਂ ਦਾ, ਤੇ ਉਹ ਉਹਨਾਂ ਨਾਲ ਹੀ ਉੱਠਦੇ ਬਹਿੰਦੇ ਆ ਜਿਨ੍ਹਾਂ ਦਾ ਸੁਭਾਅ ਉਹਨਾਂ ਨਾਲ ਮੈਚ ਕਰਦਾ ਹੈ। ਭਗਤੀ ਵਾਲਿਆਂ ਦੇ ਮਿੱਤਰ ਭਗਤੀ ਵਾਲੇ ਹੋਣਗੇ। ਜੇ ਨਾਸਤਕ ਬੰਦਾ ਕਿਸੇ ਭਗਤੀ ਵਾਲੇ ਦੇ ਨੇੜੇ ਆਊ, ਉਹਦੀ ਬਣਨੀ ਹੋਣੀ, ਵਿਚਾਰ ਨਹੀਂ ਬਣਨਗੇ, ਨਿਤ ਕਲੇਸ਼ ਰਹੇਗਾ। ਪਰ ਜਿਨ੍ਹਾਂ ਦੇ ਪੱਲੇ ਬੰਦਗੀ ਹੈ, ਬੰਦਗੀ ਵਾਲਿਆਂ ਨਾਲ ਬੜੇ ਖੁਸ਼ ਰਹਿੰਦੇ, ਬੜਾ ਪਿਆਰ ਰਹਿੰਦਾ ਹੈ। ਨਾਸਤਕ ਨੂੰ ਨਾਸਤਕ ਮਿਲ ਕੇ ਖੁਸ਼ ਹੁੰਦਾ ਹੈ, ਬੜੇ ਪਿਆਰ ਨਾਲ ਕਹਿਣ ਲੱਗੇ ਅਜੇ ਸੁਭਾਅ ਨਹੀਂ ਰਹੇ, ਮਿਲ ਜਾਣਗੇ। ਮਿਲਦਾ ਕੀ ਦੁਨੀਆ ਤੇ? ਮਨੁੱਖ ਮਿਲਾਉਣ ਵਾਲਾ ਚਾਹੀਦਾ ਹੈ। ਇੱਥੇ ਤੇ ਤਕਦੀਰਾਂ ਮਿਲ ਜਾਂਦੀਆਂ। ਆਖੋ ਸਤਿਨਾਮ। ਜੇ ਗੁਰੂ ਸਮਰੱਥ ਹੈ, ਸਭ ਕੁਝ ਹੋ ਸਕਦਾ ਹੈ। ਆਖਣ ਲੱਗੇ ਸੁਲੱਖਣੀ ਜੀ ਨੂੰ ਪਿਆਰ ਨਾਲ ਸਮਝਾ ਦਿਓ ਵੀ ਕੁਝ ਦਿਨਾਂ ਦੀ ਮੌਲਤ ਸਾਨੂੰ ਦੇ ਦਿਓ, ਜਦੋਂ ਕਿਤੇ ਸਾਨੂੰ ਮੌਕਾ ਲੱਗ ਗਿਆ ਅਸੀਂ ਬੇਨਤੀ ਕਰ ਲਾਂਗੇ। ਚੌਪਈ ਨਿਸ਼ਚੈ ਸਤ ਜਾਨੋ ਮਨ ਮਾਸੀ, ਸਰਬ ਵਿਕਾਰ ਕੀਨ ਜਿਨ ਨਾਸੀ। ਪਰ ਮਾਸੀ ਜੀ ਇੱਕ ਗੱਲ ਯਾਦ ਰੱਖਿਓ, ਦੁਨਿਆਵੀ ਰਿਸ਼ਤਿਆਂ ਤੋਂ ਪਰੇ ਹੋ ਕੇ ਸੋਚਿਓ। ਅਸੀਂ ਕਰੀਬ ਹੋ ਕੇ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਸੁਪਨੇ ਵਿੱਚ ਵੀ ਵਿਕਾਰ ਨਹੀਂ ਕੋਈ। ਸੁਪਨੇ ਵਿੱਚ ਵੀ ਜਾਗਦਿਆਂ ਦੇ ਕੀ ਹੋਣਾ? ਕਹਿੰਦੇ ਉਹਨਾਂ ਨੂੰ ਸਮਝਣ ਵਾਸਤੇ ਫਿਰ ਉਹੋ ਜਿਹਾ ਤਲ ਚਾਹੀਦਾ ਹੈ, ਉਹੋ ਜਿਹੀ ਸੁਰਤ ਚਾਹੀਦੀ ਹੈ। ਮੇਰੇ ਪਤੀ ਜੈ ਰਾਮ, ਰਿਸ਼ਤਾ ਕੀ ਹੈ ਉਹਨਾਂ ਦਾ ਵੇਖੋ। ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਦੇ ਕੋਈ ਗੱਲ ਨਹੀਂ ਕਹਿੰਦੇ। ਇੱਕੋ ਦਿਨ ਸੀ ਜਦੋਂ ਉਹਨਾਂ ਨੇ ਹਿਸਾਬ ਕਿਤਾਬ ਦੀ ਗੱਲ ਕੀਤੀ, ਗੁਰੂ ਸਾਹਿਬ ਕਹਿੰਦੇ ਚੱਲ ਬਾਲਿਆ ਚੱਲੀਏ, ਇੱਥੇ ਵੀ ਰਹਿਣਾ ਸੀ। ਕਿਉਂ? ਪਰਵਾਹ ਨਹੀਂ ਕਿਸੇ ਦੀ। ਜਿਹਨੂੰ ਪਰਵਾਹ ਹੋਏਗੀ ਨਾ ਕਿਸੇ ਦੀ, ਉਹ ਸੋਚਦਾ ਬੜਾ ਕੁਛ ਹੈ, ਬੜਾ ਕੁਝ ਵੇਖਦਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਆ ਅਸੀਂ ਕਿਸੇ ਤੋਂ ਕੁਝ ਲੈਣ ਵਾਲੇ ਨਹੀਂ, ਕਿਸੇ ਨੂੰ ਕੁਝ ਦੇਣਾ ਨਹੀਂ, ਤੇ ਕਿਉਂ ਕਿਸੇ ਦੀ ਖੁਸ਼ਾਮਦ ਕਰੀਏ, ਭਾਵੇਂ ਆਪਣਾ ਵੀ ਕਿਉਂ ਨਾ ਹੋਵੇ। ਬੇਪਰਵਾਹ ਹੁੰਦੇ ਆ। ਕਹਿੰਦੇ ਇਸ ਕਰਕੇ ਅਸੀਂ ਉਹਨਾਂ ਨੂੰ ਬਹੁਤਾ ਕਹਿ ਨਹੀਂ ਸਕਦੇ। ਵਿਆਹ ਵਾਸਤੇ ਵੀ ਕਿਹਾ ਨਹੀਂ ਅਸੀਂ ਉਹਨਾਂ ਨੂੰ ਬਾਰ-ਬਾਰ। ਫਿਰ ਸਾਡੇ ਪਿਤਾ ਜੀ ਨੇ ਕਿਹਾ ਸੀ, ਪਿਤਾ ਦੇ ਬਚਨ, ਰਾਏ ਬਲਾਰ ਸਾਹਿਬ ਦੇ ਬਚਨ ਉਹਨਾਂ ਨੇ ਮੰਨੇ ਨੇ। ਇਸ ਕਰਕੇ ਬੇਨਤੀ ਕਰਦੇ ਆ ਵੀ ਤੁਸੀਂ ਥੋੜਾ ਜਿਹਾ ਇਸ ਰਿਸ਼ਤੇ ਵਿੱਚ ਠੰਡ ਵਰਤਾਓ, ਸਹਿਜ ਵਰਤੋ। ਸਹਿਜ ਪੱਕੇ ਸੋ ਬੈਠਾ, ਜਿਉਂ-ਜਿਉਂ ਸਹਿਜ ਪਏਗਾ, ਜਿਉਂ-ਜਿਉਂ ਵਕਤ ਬਤੀਤ ਹੋਏਗਾ, ਗੁਰੂ ਨਾਨਕ ਸਾਹਿਬ ਮਹਾਰਾਜ ਜ਼ਰੂਰ ਘਰ ਆਉਣਗੇ। ਉਹ ਸਤਿਪੁਰਸ਼ ਹਨ ਸੰਤ ਸਰੂਪ ਜੋ ਕਹੈ ਸਪੂਰਨ, ਰਹਿਤ ਡਰਤ ਹਮ ਲਾਖਿਓਰ ਪੂਰਨਾ। ਤੇ ਫਿਰ ਚੰਦੋ ਰਾਣੀ ਆਖਣ ਲੱਗੇ ਪੁੱਤ ਜਲਦੀ ਸਮਝਾ ਕੇ ਵੇਖ ਲਓ। ਉਹ ਅਜੇ ਵੀ ਸੋਚਦੇ ਵੀ ਜੇ ਸਮਝਾਇਆ ਸਮਝ ਲੈ,
ਤੇ ਸਤਿਗੁਰਾਂ ਦੇ ਭੈਣ ਜੀ ਆਖਣ ਲੱਗੇ, ਕਹਿੰਦੇ ਨਹੀਂ, ਜਿਹੜੇ ਸੱਚੇ ਪੁਰਸ਼ ਹੁੰਦੇ ਆ, ਬੇਪਰਵਾਹ ਹੁੰਦੇ ਆ, ਉਹ ਕਦੇ ਆਪਣਾ ਬਗਾਨਾ ਸੋਚ ਕੇ ਗੱਲ ਨਹੀਂ ਕਰਦੇ। ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਕਹਿੰਦੇ ਉਹਨਾਂ ਜੋ ਬੋਲਣਾ ਸਹਿਜ ਬੋਲਦੇ ਨੇ, ਤੇ ਉਹਨਾਂ ਦੇ ਬੋਲੇ ਨੂੰ ਕੋਈ ਵਾਪਸ ਨਹੀਂ ਕਰ ਸਕਦਾ, ਕੋਈ ਟਾਲ ਨਹੀਂ ਸਕਦਾ। ਇਸੇ ਗੱਲੋਂ ਡਰਦੇ ਆ ਵੀ ਜਦੋਂ ਅਸੀਂ ਉਹਨਾਂ ਨੂੰ ਕੁਝ ਦੇ ਨਹੀਂ ਸਕਦੇ ਤੇ ਉਹ ਸਾਡੇ ਤੋਂ ਲੈਂਦੇ ਵੀ ਕੁਝ ਨਹੀਂ, ਗੁਰੂ ਨਾਨਕ ਪਾਤਸ਼ਾਹ, ਤੇ ਫਿਰ ਅਸੀਂ ਕੀ ਬੋਲ ਸਕਦੇ ਆ, ਕੀ ਸਮਝਾ ਸਕਦੇ ਆ। ਅਬ ਜਾਵੋ ਤੁਮ ਤੇ ਪਛਤਾਤ, ਜਾਵੇ ਆਵਸ ਆਮੈ ਸ੍ਰੀ ਭਰਤ। ਪਰਮਾਸੀ ਜੀ ਤੁਸੀਂ ਹੁਣ ਘਰ ਜਾਓ, ਆਪਣੀ ਪੁੱਤਰੀ ਨੂੰ ਦਿਲਾਸਾ ਦਿਓ। ਜੇ ਗੁਰੂ ਨਾਨਕ ਸਾਹਿਬ ਅੱਜ ਆ ਗਏ, ਕੱਲ ਆ ਗਏ, ਪਰਸੋਂ ਆ ਗਏ, ਕਿਉਂਕਿ ਉਹਨਾਂ ਦੇ ਆਉਣ ਦਾ ਕੋਈ ਪਤਾ ਨਹੀਂ, ਮਨ ਦੀ ਮਰਜ਼ੀ ਹੈ, ਮੌਜ ਆਪਣੀ ਉਹਨਾਂ ਦੀ। ਚਿੱਤ ਕਰੂਗਾ ਆ ਜਾਣਗੇ, ਨਾ ਆਉਣ ਤੇ ਮਹੀਨਾ ਨਾ ਕਰੇ ਆਉਣ। ਕਹਿੰਦੇ ਮੈਂ ਬੇਨਤੀ ਕਰਾਂਗੀ, ਬੇਨਤੀ। ਉਹਨਾਂ ਇਹ ਨਹੀਂ ਕਿਹਾ ਮੈਂ ਸਮਝਾਵਾਂਗੀ, ਇਹ ਨਹੀਂ ਕਿਹਾ ਅਸੀਂ ਬਹਿ ਕੇ ਉਹਨਾਂ ਨੂੰ ਗੱਲ ਕਰਾਂਗੇ, ਗੱਲਬਾਤ ਦੇ ਨਾਲ ਹੱਲ ਕੱਢ ਲਾਂਗੇ ਕੋਈ। ਕਹਿੰਦੇ ਬੇਨਤੀ ਕਰਕੇ ਵੇਖਾਂਗੇ। ਬੇਨਤੀ ਵੀ ਤਾਂ ਕੀਤੀ ਜਾ ਸਕਦੀ ਜੇ ਉਹ ਹਾਸੇ ਦੇ ਵਿੱਚ ਹੋਣਗੇ, ਖੁਸ਼ ਹੋਣਗੇ, ਕਿਉਂਕਿ ਸੰਤ ਭਗਤ ਰੱਬ ਦੇ ਪਿਆਰੇ, ਉਹਨਾਂ ਦਾ ਮੂਡ ਵੇਖਣਾ ਪੈਂਦਾ ਹੈ, ਉਹ ਕਿਹੜੀ ਮਸਤੀ 'ਚ ਬੈਠੇ ਆ, ਕਿਹੜੇ ਹਾਲ 'ਚ ਬੈਠੇ ਆ। ਕਹਿੰਦੇ ਜੇ ਉਹ ਸਹਿਜ ਸੁਭਾਅ ਘਰ ਆਏ, ਕਈ ਵਾਰ ਗੁਰੂ ਸਾਹਿਬ ਪ੍ਰਸ਼ਾਦਾ ਛਕਦੇ ਹੁੰਦੇ ਬੜੇ ਪਿਆਰ ਨਾਲ ਭੈਣ ਜੀ ਦੇ ਕੋਲ ਬਹਿ ਕੇ, ਤੇ ਜੇ ਪ੍ਰਸ਼ਾਦਾ ਚੰਗਾ ਲੱਗੇ ਬੜੇ ਖੁਸ਼ ਹੁੰਦੇ ਆ, ਤੇ ਕਹਿੰਦੇ ਭੈਣ ਜੀ ਇੱਕ ਹੋਰ ਬਣਾ ਦਿਓ। ਤੇ ਉਸ ਵੇਲੇ ਭੈਣ ਜੀ ਕਈ ਵਾਰ ਕੋਈ ਗੱਲਬਾਤ ਹੁੰਦੀ ਸੀ, ਕਰ ਲੈਂਦੇ ਸੀ, ਕਿਉਂਕਿ ਮਨ ਪ੍ਰਸੰਨ ਚਿੱਤ ਸਨ। ਜ਼ਿਆਦਾਤਰ ਗੁਰੂ ਸਾਹਿਬ ਘਰ ਆ ਕੇ ਚੁੱਪ ਰਹਿੰਦੇ ਨੇ, ਆਪਣੇ ਆਨੰਦ 'ਚ ਰਹਿੰਦੇ ਨੇ, ਨਾ ਬੁਲਾਉਂਦੇ, ਨਾ ਕਿਸੇ ਨਾਲ ਬੋਲਦੇ। ਇਸ ਕਰਕੇ ਭੈਣ ਨਾਨਕੀ ਕਹਿਣ ਲੱਗੇ ਤੁਸੀਂ ਆਪਣੇ ਘਰ ਜਾਓ, ਆਪਣੇ ਪੁੱਤਰੀ ਨੂੰ ਦਿਲਾਸਾ ਦਿਓ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਗੁਰੂ ਨਾਨਕ ਸਾਹਿਬ ਤੇ ਦੁਖੀਆਂ ਦੇ ਦੁੱਖ ਦੂਰ ਕਰਦੇ ਨੇ। ਕਰਵਾਉਂਗੀ ਬਹੁਤ ਦਿਲਾਸਾ, ਤਾਵਤਨੀਆਂ ਕੋ ਨਾਨਕ ਪਾਸਾ। ਤੁਹਾਡੀ ਪੁੱਤਰੀ ਜਦੋਂ ਅਦਬ ਕਰਨ ਲੱਗ ਜਾਏਗੀ, ਸਤਿਕਾਰ ਦੇ ਮਿੱਠੇ ਬੋਲ ਬੋਲੇਗੀ, ਰੁੱਖਾ ਬੋਲਣਾ ਛੱਡ ਦੇਗੀ, ਤੇ ਅਸੀਂ ਕੋਸ਼ਿਸ਼ ਕਰਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਬਹਿ ਜਾਣਗੇ। ਸੁਭਾਵਿਕ ਗੱਲ ਹੈ ਜੀ, ਰੱਬ ਤੇ ਰੱਬ ਦੇ ਪਿਆਰੇ ਮਿੱਠੀਆਂ ਬੋਲਾਂ ਦੀ ਗੱਲ ਕਰਦੇ ਆ। ਬਾਣੀ ਨੇ ਲਿਖਿਆ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਬੋਲਣਾ। ਉਹਦੀ ਰਸਨਾ ਤੇ ਮਿਠਾਸ ਹੈ। ਰੱਬ ਤੇ ਰੱਬ ਦੇ ਪਿਆਰੇ ਹਮੇਸ਼ਾ ਮਿੱਠੇ ਬੋਲ ਬੋਲਦੇ ਆ, ਤੇ ਦੁਨਿਆਵੀ ਬੰਦੇ ਮਿੱਠਾ ਜ਼ਰੂਰ ਬੋਲਦੇ ਆ, ਪਰ ਅੰਦਰ ਜ਼ਹਿਰ ਘੋਲਦੇ ਆ। ਅੰਦਰ ਹੋਰ ਹੁੰਦੇ, ਬਾਹਰੋਂ ਹੋਰ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਜੋ ਕਹਿਣਾ ਦਿਲੋਂ ਹੀ ਕਹਿ ਦੇਣਾ, ਪਿਆਰ ਜੀ ਕਹਿ ਦੇਣਾ। ਜਦੋਂ ਕਹਿੰਦੇ ਚੰਦੋ ਰਾਣੀ ਨੇ ਸੁਣ ਕੇ ਬੜੀ ਖੁਸ਼ੀ ਮਨਾਈ, ਅੰਦਰੋਂ ਅੰਦਰ ਦਿਲਾਸਾ ਹੋਇਆ ਵੀ ਚੱਲ ਹੁਣ ਮੇਰੀ ਧੀ ਦਾ ਘਰ ਵਸ ਗਿਆ। ਇੰਨਾ ਕਲੇਸ਼ ਹੋ ਗਿਆ ਸੀ, ਪਹਿਲਾਂ ਲੜਾਈ ਹੋ ਗਈ ਸੀ, ਇਹਨਾਂ ਦੇ ਪਿਤਾ ਵੀ ਆਏ ਸੀ, ਉਹ ਵੀ ਭੜਕੇ ਹੋਏ ਸੀ ਵੀ ਮੇਰੀ ਧੀ ਇੱਥੇ ਆ ਕੇ ਬੜੀ ਪਰੇਸ਼ਾਨ ਹੈ, ਬੜੀ ਦੁਖੀ ਹੈ। ਪਰ ਸਤਿਗੁਰਾਂ ਦੇ ਭੈਣ ਜੀ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਏਦਾਂ ਕਹਿ ਲੋ ਜਿਵੇਂ ਜ਼ਖਮ ਤੇ ਮਲਮ ਲੱਗੀ ਹੋਵੇ, ਕੁਝ ਸਹਾਰਾ ਮਿਲਿਆ ਏ। ਏ ਬਿਦ ਮਦਰ ਬਚਨ ਕਹਿ ਨਾਨਾ, ਸੀਤਲ ਕਰੀ ਕ੍ਰੋਧ ਪਹਾਨਾ। ਹੁਣ ਸਭ ਕੁਝ ਸੁਣ ਕੇ ਸਭ ਕੁਝ ਹੀ ਖਤਮ ਹੋ ਗਿਆ, ਸਭ ਕੁਝ ਤੋਂ ਬਾਅਦ ਕੀ? ਭੈਣ ਨਾਨਕੀ ਜੀ ਦੇ ਦਲਾਸਿਆਂ ਨੇ ਅੰਦਰ ਦੇ ਮਨ ਮੁਟਾਵ ਖਤਮ ਕਰਤੇ। ਪਹਿਲਾਂ ਕਿੰਨਾ ਕੁਝ ਮਨ 'ਚ ਚੱਲਦਾ ਸੀ ਵੀ ਅਸੀਂ ਇੱਥੇ ਸੁਖੀ ਨਹੀਂ ਰਹਿ ਸਕਦੇ, ਆ ਰਿਸ਼ਤਾ ਜੋੜ ਕੇ ਪਤਾ ਨਹੀਂ ਕਿਹੜੇ ਕਰਮਾਂ ਦੀ ਮਾਰ ਹੈ, ਕਿਹੜੇ ਜਨਮਾਂ ਦਾ ਮਾੜਾ ਕਰਮ ਕੀਤਾ ਸੀ, ਸਾਡੇ ਪਰਿਵਾਰ ਦਾ ਨਾਤਾ ਇੱਥੇ ਜੁੜ ਗਿਆ। ਪਰ ਅੱਜ ਉਹ ਸਾਰੇ ਉਲਾਂਭੇ ਭੁੱਲ ਗਏ, ਅੰਦਰੋਂ ਖੁਸ਼ ਨੇ। ਕਹਿੰਦੇ ਰੱਬਾ ਤੂੰ ਜੋ ਕਰਦਾ ਭਲਾ ਹੀ ਕਰਦਾ, ਆਖੋ ਸਤਿਨਾਮ। ਰੱਬ ਕਦੇ ਮਾੜਾ ਨਹੀਂ ਕਰਦਾ। ਕਈ ਵਾਰ ਸਾਨੂੰ ਲੱਗਦਾ ਇਹ ਬੁਰਾ ਹੋਇਆ, ਬੁਰਾ ਨਹੀਂ ਹੁੰਦਾ, ਉਹ ਸਾਡੀ ਸੋਚ ਦੇ ਮੁਤਾਬਕ ਹੁੰਦਾ, ਕਿਉਂਕਿ ਅਸੀਂ ਉਹ ਤੋਂ ਵੱਡਾ ਨਹੀਂ ਸੋਚ ਸਕਦੇ। ਜਦੋਂ ਚੰਦੋ ਰਾਣੀ ਜੀਆਂ ਨੇ ਭੈਣ ਨਾਨਕੀ ਦੇ ਬਚਨ ਸ਼ਰਧਾ ਦੇ ਭਰੇ ਸੰਜੋਗਤ ਸੁਣੇ, ਭਾਵਨਾ ਵਾਲੇ ਸੁਣੇ, ਕਿਤੇ ਨਾ ਕਿਤੇ ਆਪਣੇ ਮਨ ਨੂੰ ਸਮਝਾਉਂਦੇ ਨੇ, ਮਨਾ ਤੂੰ ਵੀ ਸ਼ਰਧਾ ਰੱਖ ਕੇ ਵੇਖ, ਤੂੰ ਵੀ ਭਾਵਨਾ ਬਣਾ ਕੇ ਵੇਖ, ਕੀ ਪਤਾ ਹੈ ਇਹਨਾਂ ਦੇ ਬਚਨ ਜੀਵਨ ਤੇ ਅਸਰ ਕਰ ਜਾਵਣ। ਬਹਰ ਸੰਨੇਹ ਸੰਗ ਸੁਖ ਜਾਨੀ, ਜੁਗਮ ਪਰਸ ਪਰ ਬੋਲੇ ਬਾਨੀ। ਇਹਨਾਂ ਗੱਲਾਂ ਤੋਂ ਬਾਅਦ ਇਹ ਟੌਪਿਕ ਕਲੋਜ਼ ਹੋ ਗਿਆ, ਗੱਲਬਾਤ ਬੰਦ ਹੋ ਗਈ, ਨਾ ਕਿਸੇ ਨੇ ਸਮਝਣਾ, ਨਾ ਕਿਸੇ ਨੇ ਸਮਝਾਉਣਾ, ਗੱਲਾਂ ਖਤਮ। ਰੌਲਾ ਇਸ ਗੱਲ ਦਾ ਸੀ ਨਾ
ਉਹ ਕਹਿੰਦੇ ਸੀ ਉਹਨਾਂ ਨੂੰ ਸਮਝਾਓ। ਭੈਣ ਨਾਨਕੀ ਜੀ ਕਹਿੰਦੇ ਮੇਰੀ ਭਰਜਾਈ ਨੂੰ ਸਮਝਾਓ ਵੀ ਚਲੋ ਜੇ ਪਤੀ ਨਾਲ ਮਨ ਮੁਟਾਵ ਮੇਰੇ ਨਾਲ ਤੇ ਬੋਲਣ। ਕਿਤੇ ਨਾ ਕਿਤੇ ਮਨ ਦੀ ਹੇਰ ਫੇਰ ਸੀ। ਹੁਣ ਸਾਰੀਆਂ ਗੱਲਾਂ ਖਤਮ ਹੋਣ ਤੋਂ ਬਾਅਦ ਸੁਖ ਸੰਗ ਦੀਆਂ ਗੱਲਾਂ ਚੱਲੀਆਂ, ਪਿਆਰ ਮੁਹੱਬਤ ਦੀਆਂ ਗੱਲਾਂ ਚੱਲੀਆਂ। ਕਹਿੰਦੇ ਕੁਛ ਸਮਾਂ ਸਤਿਗੁਰਾਂ ਦੀ ਸੱਸ ਜੀ ਨੇ ਇੱਥੇ ਬਤੀਤ ਕੀਤਾ। ਖੁਸ਼ ਬੜੇ ਆ। ਕਹਿੰਦੇ ਮੈਂ ਹੁਣ ਜਾ ਕੇ ਆਪਣੀ ਧੀ ਨੂੰ ਦੋ ਹੀ ਗੱਲਾਂ ਸਮਝਾਉਣੀਆਂ, ਪੁੱਤ ਆਗਿਆਕਾਰੀ ਹੋ, ਆਗਿਆ ਮੰਨੀ, ਕਦੇ ਮੁਖ ਨਾ ਫਟਕਾਰੀ, ਕਦੇ ਮੁਖ ਤੋਂ ਪਾਉਣਾ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਬੋਲਣਾ ਨਹੀਂ। ਉਠ ਕਰ ਆਈ ਕਨੀਆਂ ਪਸ ਸਮਝਾਈ ਬਹੁ ਦੀਨ ਦਿਲਸ। ਇੱਥੋਂ ਉੱਠ ਕੇ ਸਤਿਗੁਰਾਂ ਦੀ ਸੱਸ ਮਾਂ ਆਪਣੀ ਪੁੱਤਰੀ ਦੇ ਘਰੇ ਜੋ ਬਿਲਕੁਲ ਸਾਹਮਣੇ ਆਈ, ਜਦੋਂ ਕਹਿੰਦੇ ਸਾਡੇ ਮਾਤਾ ਸੁਲੱਖਣੀ ਜੀ ਨੇ ਆਪਣੀ ਮਾਂ ਦੇ ਚਿਹਰੇ ਤੇ ਹਾਸਾ ਵੇਖਿਆ, ਖੁਸ਼ੀ ਵੇਖੀ, ਬੜੀ ਖੁਸ਼ੀ ਚੜ ਗਈ। ਬਿਨਾਂ ਦੱਸੇ ਹੀ ਮਨ ਖੁਸ਼ ਹੋ ਗਿਆ ਵੀ ਮਾਂ ਮੇਰੀ ਦੁਖੀ ਗਈ ਸੀ, ਹੱਸ ਕੇ ਖੁਸ਼ ਹੋ ਕੇ ਆਈ ਹੈ। ਹੋ ਸਕਦਾ ਹੈ ਪਰਿਵਾਰ ਦੇ ਵਿੱਚ ਕੋਈ ਰਾਜੀਨਾਮਾ ਹੋ ਗਿਆ, ਕੋਈ ਸੁੱਖ ਦੀ ਖਬਰ ਹੈ। ਆਪਣੀ ਮਾਂ ਨੂੰ ਪੁੱਛਦੇ, ਕਹਿੰਦੇ ਮਾਂ ਕੀ ਬਣਿਆ? ਮਾਂ ਹੱਸ ਕੇ ਆਖਣ ਲੱਗੀ, ਪੁੱਤ ਬਣਨ ਬਣਾਉਣ ਨੂੰ ਕੀ ਸੀ, ਸਭ ਕੁਝ ਹੀ ਚੰਗਾ ਹੈ। ਆਪਾਂ ਨੂੰ ਹੀ ਸਮਝ ਥੋੜੀ ਦੇਰੀ ਨਾਲ ਆਈ। ਆਖੋ ਸਤਿਨਾਮ। ਦੇਖੋ ਕਿੱਡਾ ਬੜਾ ਬਣਾ ਗਿਆ। ਜਿੱਦਣ ਆਪਾਂ ਮੰਨਣਾ ਸ਼ੁਰੂ ਕਰਤਾ ਵੀ ਮੇਰੇ 'ਚ ਗਲਤੀਆਂ ਨੇ, ਮੇਰੇ 'ਚ ਗੁਨਾਹ ਨੇ, ਮੈਂ ਐਬ ਵੀ ਕਰ ਜਾਣਾ, ਤੇ ਸਮਝੋ ਉਸ ਦਿਨ ਸਾਰਾ ਕੁਝ ਅੰਦਰੋਂ ਖਤਮ ਹੋ ਜਾਊਗਾ। ਜੇ ਗਲਤੀ ਕਰਕੇ ਮੰਨਣੀ ਨਹੀਂ, ਬਹੁਤ ਵੱਡੀ ਆਕੜ ਰੱਖਣੀ, ਉਹ ਕਿਸੇ ਦਾ ਕੁਝ ਨਹੀਂ ਜਾਂਦਾ, ਆਪਣਾ ਨੁਕਸਾਨ ਹੈ। ਚੰਦੋ ਰਾਣੀ ਸਤਿਗੁਰਾਂ ਦੀ ਸੱਸ ਆਕੜ ਰੱਖਦੀ ਸੀ। ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਆਕੜ ਦੇ ਭਰੇ ਹੋਏ ਸੀ। ਕਹਿੰਦੇ ਮੈਂ ਪਟਵਾਰੀ ਪਤਾ ਨਹੀਂ ਕੀ ਆ। ਪਰ ਜਦੋਂ ਅੱਜ ਲਿਆਕਤ ਨਾਲ ਸੁਣਿਆ, ਵਿਕਾਰ ਪਾਸੇ ਕਰਕੇ, ਹੰਕਾਰ ਪਾਸੇ ਕਰਕੇ ਸੁਣਿਆ, ਕਹਿੰਦੀ ਬੜੀ ਚੰਗੀ ਸ਼ੋਭਾ ਲੱਗੀ ਗੁਰੂ ਨਾਨਕ ਸਾਹਿਬ। ਆਪਣੀ ਪੁੱਤਰੀ ਨੂੰ ਬਲਗੇ ਦੇ ਕੋਲ ਬਿਠਾ ਕੇ ਆਖਣ ਲੱਗੀ, ਪੁੱਤ ਨਾ ਕਮੀਆਂ ਉਹਨਾਂ ਵਿੱਚ ਨੇ ਤੇ ਨਾ ਤੇਰੇ 'ਚ ਨੇ। ਇਸ ਵਾਸਤੇ ਬਸ ਤੁਸੀਂ ਥੋੜੀ ਹਲੀਮੀ ਰੱਖਣੀ ਹੈ, ਥੋੜੀ ਨਿਮਰਤਾ ਰੱਖਿਆ ਕਰੋ। ਕੰਤ ਤੋਹੇ ਨੀਕੋ ਸ਼ੁਭ ਕਰਮੀ ਪੂਰਵ ਕੋ ਉਦਾਰ ਡਿਡ ਧਰਮੀ। ਮੈਂ ਸੁਣਿਆ ਤੇਰਾ ਪਤੀ ਬਹੁਤ ਵੱਡਾ ਦਾਨੀ ਹੈ, ਬਹੁਤ ਵੱਡਾ ਦਾਤਾ ਹੈ, ਤੇ ਜੇ ਤੇਰਾ ਪਤੀ ਦੁਨੀਆ ਨੂੰ ਦਾਨ ਦਿੰਦਾ ਹੈ, ਪੁੱਤ ਤੈਨੂੰ ਤੇ ਨਹੀਂ ਭੁੱਖਿਆ ਰਹਿਣ ਦਿੰਦਾ। ਆਖੋ ਸਤਿਨਾਮ। ਇਹ ਭਰੋਸਾ ਵੀ ਜਿਹੜਾ ਦੁਨੀਆ ਨੂੰ ਰਜਾਉਂਦਾ ਹੈ, ਜਮਾਨੇ ਨੂੰ ਸਭ ਕੁਝ ਦਿੰਦਾ ਹੈ, ਕਿ ਉਹ ਆਪਣੇ ਘਰ ਪਰਿਵਾਰ ਦਾ ਬੁਰਾ ਕਰੇਗਾ। ਮਾਂ ਦੀ ਕਈ ਗੱਲ ਬਹੁਤ ਛੇਤੀ ਸਮਝੇ। ਅਕਸਰ ਮਾਵਾਂ ਦੀਆਂ ਗੱਲਾਂ ਧੀਆਂ ਛੇਤੀ ਕਾਪੀ ਕਰਦੀਆਂ, ਛੇਤੀ ਸੁਣਦੀਆਂ ਨੇ। ਇਹੀ ਗੱਲ ਸੱਸ ਮਾਂ ਨੇ ਸਮਝਾਈ ਹੁੰਦੀ, ਸਾਰੀ ਜ਼ਿੰਦਗੀ ਨਹੀਂ ਸੀ ਪੱਲੇ ਪੈਂਦੀ। ਇਹੀ ਗੱਲ ਭੈਣਾਂ ਵਰਗੀ ਨਣਦ ਨੇ ਸਮਝਾਈ ਹੁੰਦੀ, ਕਦੇ ਨਹੀਂ ਫਿੱਟ ਨਾ ਹੁੰਦੀ। ਪਰ ਮਾਂ ਨੇ ਬੋਲਿਆ। ਕਹਿੰਦੇ ਮਾਂ ਦੀਆਂ ਕਈਆਂ ਗੱਲਾਂ ਸੁਣ ਕੇ ਸੱਤ ਬਚਨ ਆਖਦੇ ਨੇ। ਤੂੰ ਨੇ ਹਰ ਘਰ ਹੁਤੀ ਦੁਲਾਰੀ ਨਹਿ ਜਾਣੈ ਕਛ ਸੇਵ ਪ੍ਰਕਾਰੀ। ਉਹਨਾਂ ਫਿਰ ਆਪਣੀ ਧੀ ਨੂੰ ਬੜੇ ਤਰੀਕੇ ਨਾਲ ਸਮਝਾਇਆ। ਤਰੀਕਾ ਕੀ ਸੀ? ਸਿੱਧਾ ਨਹੀਂ ਆਖਿਆ ਤੂੰ ਏਦਾਂ ਬੋਲਦੀ ਹੈ, ਤੂੰ ਪੁੱਤ ਆ ਕਰਦੀ ਹੈ। ਨਹੀਂ, ਕਹਿੰਦੇ ਪੁੱਤ ਗੱਲ ਪਤਾ ਕੀ ਹੈ? ਸਾਰੀਆਂ ਗੱਲਾਂ ਸੁਣਨ ਤੋਂ ਬਾਅਦ, ਸਾਰੀ ਲੜਾਈ ਤੋਂ ਬਾਅਦ ਨਤੀਜਾ ਇਹ ਨਿਕਲਿਆ ਵੀ ਤੂੰ ਲਾਡਾਂ ਨਾਲ ਪਾਲੀ ਹੋਈ ਹੈ। ਤੈਨੂੰ ਤੇਰੇ ਪਿਤਾ ਨੇ ਤੇ ਮੈਂ ਬੜੇ ਲਾਡ ਚਾਅ ਨਾਲ ਪਾਲਿਆ। ਪੁੱਤ ਪੇਕਿਆਂ ਲਈ ਤੇ ਤੈਨੂੰ ਸਾਰਾ ਕੁਝ ਪਤਾ ਸੀ। ਆਪਣੇ ਘਰ ਦਾ ਕਿਹਨੂੰ ਨਹੀਂ ਪਤਾ ਹੁੰਦਾ ਵੀ ਕਦੋਂ ਰੋਟੀ ਖਾਣੀ ਹੈ, ਕਦੋਂ ਕਿੱਥੇ ਜਾਣਾ ਹੈ, ਕਦ ਕੀ ਹੋਣਾ ਹੈ। ਪਰ ਪੁੱਤ ਅੱਜ ਤੂੰ ਸਹੁਰੇ ਘਰ ਆ ਗਈ ਹੈ। ਪੇਕਿਆਂ ਦੇ ਮੁਤਾਬਕ ਸਹੁਰਾ ਘਰ ਨਹੀਂ ਚੱਲਦਾ ਹੁੰਦਾ। ਆਖੋ ਸਤਿਨਾਮ। ਥੋੜਾ ਜਿਹਾ ਮੰਨਣਾ ਪੈਂਦਾ। ਉਸ ਹਿਸਾਬ ਨਾਲ ਜਾ ਢਲ ਜਾਓ, ਜਾਂ ਉਹਨਾਂ ਨੂੰ ਆਪਣੇ ਵਰਗੇ ਬਣਾ ਲਓ। ਗੱਲਾਂ ਦੋ ਨੇ, ਜਾਂ ਉਹਨਾਂ ਵਰਗੇ ਹੋ ਜਾਓ, ਜਾਂ ਉਹਨਾਂ ਨੂੰ ਆਪਣੇ ਜਿਹੇ ਬਣਾ ਲਓ। ਆਪਣੀ ਪੁੱਤਰੀ ਨੂੰ ਬੜੇ ਹਿਸਾਬ ਨਾਲ ਸਮਝਾਉਂਦੇ, ਕਹਿੰਦੇ ਪੁੱਤ ਤੂੰ ਲਾਡਾਂ ਚਾਵਾਂ ਨਾਲ ਪਾਲੀ ਹੋਈ ਹੈ, ਤੂੰ ਉੱਥੇ ਕੰਮਕਾਰ ਕੋਈ ਨਹੀਂ ਕੀਤਾ, ਪਰ ਇੱਥੇ ਵੀ ਬੇਟਾ ਕੰਮਕਾਰ ਕਰਨੇ ਪੈਣੇ। ਘਰ ਦੇ ਰਹਿਣਾ, ਕਿਸੇ ਹੋਰ ਨੇ ਥੋੜਾ ਕੰਮ ਕਰਨੀ ਹੈ। ਕਹਿੰਦੀ ਹਾਂ ਮਾਂ, ਮੈਂ ਤੇ ਆ ਗੱਲ ਸੋਚੀ ਨਹੀਂ। ਵੇਖੋ ਕਿੰਨਾ ਚੰਗਾ ਸੁਭਾਅ ਏ ਮਾਤਾ ਸੁਲੱਖਣੀ ਦੀ। ਪਰ ਮਾਂ ਦੀ ਗੱਲ ਚੰਗੀ ਲੱਗ ਰਹੀ ਹੈ। ਮਾਂ ਨੇ ਕਿਹਾ ਨਾ, ਇਹੀ ਗੱਲਾਂ ਜੇ ਕਿਤੇ ਭੈਣ ਨਾਨਕੀ ਜੀ ਕਹਿ ਦਿੰਦੇ ਤੇ ਉਹਨਾਂ ਕੀ ਕਹਿਣਾ ਸੀ? ਮੈਂ ਕਿਉਂ ਕਰਾਂ ਕੰਮ, ਮੈਨੂੰ ਕੀ ਲੋੜ ਹੈ? ਕਿਉਂਕਿ ਫਿਰ ਉਹ ਗੱਲ ਹੋਰ ਪਾਸੇ ਤੋਂ ਆ ਰਹੀ ਹੈ। ਮਾਂ ਕਹਿੰਦੀ ਪੁੱਤ ਪੇਕੇ ਤੇ ਸਹੁਰਿਆਂ 'ਚ ਫਰਕ ਹੁੰਦਾ ਹੈ। ਘਰ ਰੋਟੀ ਨਹੀਂ ਵੀ ਪਕਾਉਂਦੀ ਤਾਂ ਵੀ ਸਰ ਜਾਣਾ ਸੀ। ਹਾਂ
बैठी है, ਇੱਥੇ ਤੇ ਪਕਾਇਆ ਗੱਲ ਬਣਨੀ ਹੈ, ਇੱਥੇ ਆਪਣਾ ਘਰ ਆਪ ਸੰਭਾਲਣਾ ਪੈਣਾ ਹੈ। ਬਾਕੀ ਰਹੀ ਗੱਲ ਤੁਹਾਡੇ ਪਤੀ ਦੀ, ਤੁਹਾਨੂੰ ਬੁਲਾਉਣ ਨਾ ਬੁਲਾਉਣ ਇਸ ਗੱਲ ਪਿੱਛੇ ਪੁੱਤ ਤੂੰ ਨਹੀਂ ਲੜਨਾ। ਦੇਖੋ ਕਿੰਨੀ ਵੱਡੀ ਗੱਲ ਕਰਦੀ ਹੈ, ਸਮਝਾਤਾ ਨਾ ਵੀ ਤੁਸੀਂ ਬੋਲਣਾ ਨਹੀਂ ਕੁਛ, ਉਹ ਬੋਲਣ ਨਾ ਬੋਲਣ, ਬਸ ਆਪਣੇ ਆਨੰਦ ਚ ਰਹਿਣਾ ਏ। ਅਬ ਮਨ ਸਮਝ ਸੇਵ ਪਤ ਕੀਜੈ, ਭਲੇ ਜਾਏ ਸਰਬ ਸੁਖ ਲੀਜੈ। ਮਨ ਕਰਕੇ ਆਪਣੇ ਪਤੀ ਦੀ ਸੇਵਾ ਕਰਨੀ, ਉਹਦੇ ਹੁਕਮ 'ਚ ਰਹਿਣਾ ਹੈ। ਸੁਣਿਆ ਉਹ ਬਹੁਤ ਵੱਡੇ ਦਾਨੀ ਤੇ ਰੱਬ ਰੂਪ ਨੇ। ਜੇ ਰੱਬ ਦੁਨੀਆ ਤੇ ਖੁਸ਼ ਹੋ ਸਕਦਾ, ਪੁੱਤ ਤੇਰੇ ਤੇ ਵੀ ਹੋ ਜਾਊਗਾ, ਤੇਰੀ ਸੇਵਾ ਤੇ ਵੀ ਪ੍ਰਸੰਨ ਹੋਏਗਾ। ਬੋਲਣਾ ਨਹੀਂ ਬਹੁਤਾ, ਸੇਵਾ ਕਰਨੀ ਹੈ, ਨਿਮਰਤਾ ਰੱਖਣੀ ਹੈ, ਸੁਣ ਕੇ ਬਹੁਤ ਕੁਝ ਜਰਨਾ ਪੈਣਾ ਹੈ। ਜਦੋਂ ਮਾਂ ਚੰਦੋ ਰਾਣੀ ਨੇ ਆਪਣੀ ਪੁੱਤਰੀ ਸੁਲੱਖਣੀ ਨੂੰ ਇਹ ਗੱਲਾਂ ਸਮਝਾਈਆਂ, ਮਾਤਾ ਸੁਲੱਖਣੀ ਜੀ ਕਹਿੰਦੇ ਮਾਂ ਤੁਹਾਡੀ ਹਰ ਗੱਲ ਮੈਂ ਪੱਲੇ ਬੰਨ ਲਈ, ਅੱਜ ਤੋਂ ਬਾਅਦ ਤੁਹਾਨੂੰ ਇਹ ਉਲਾਂਭਾ ਮਿਲਦਾ ਨਹੀਂ। ਪਤ ਕੀ ਸੇਵ ਕਰਤ ਤਰਹਿ ਜੀਤੀ, ਸੁਖੀ ਰਹਿਤ ਦਵੈ ਲੋਕਨ ਤੇਤੇ। ਤੇਰਾ ਪਤੀ ਤੇ ਪਰਮੇਸ਼ਵਰ ਹੈ, ਰੱਬ ਹੈ, ਇੱਥੇ ਸੇਵਾ ਕਰੇਗੀ, ਇੱਥੇ ਵੀ ਸੁੱਖ ਤੇ ਪਰਲੋਕ 'ਚ ਵੀ ਸੁੱਖ ਮਿਲਣਗੇ। ਤੇਰੇ ਦੇ ਭਾਗ ਵੱਡੇ ਆ, ਸਾਡੀਆਂ ਤੇ 21 ਗੁਲਾਂ ਦਰਗੀਆਂ। ਕਹਿੰਦੇ ਮਾਂ ਇੰਨੀ ਬੁਲਾਈ, ਇੰਨੀ ਨਰਮਾਨਤਾ, ਇੰਨੇ ਨੀਵੇਂ ਪਿਆਰ ਦੇ ਮੁਹੱਬਤ ਦੇ ਬੋਲ। ਉਹੀ ਮਾਂ ਏ ਜਿਹੜੀ ਕੁਛ ਦੇਰ ਪਹਿਲਾਂ ਕਹਿੰਦੀ ਸੀ ਮੇਰੀ ਧੀ ਦਾ ਘਰ ਬਰਬਾਦ ਹੋ ਗਿਆ, ਜ਼ਿੰਦਗੀ ਖਰਾਬ ਹੋ ਗਈ, ਪਤਾ ਨਹੀਂ ਜੈ ਰਾਮ ਨੇ ਕਿਵੇਂ ਨਾਤਾ ਰਿਸ਼ਤਾ ਕਰਾਤਾ। ਉਦੋਂ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ। ਅੱਜ ਜਿਹੜੇ ਗਲੇਸ਼ੀਅਰ ਵਾਂਗ ਬਰਫ਼ ਦੀਆਂ ਚਟਾਨਾਂ ਬਣ ਕੇ ਖੜੇ ਸੀ ਨਾ, ਅੱਜ ਗੰਗਾ ਦੀ ਰਵਾਨੀ ਵਾਂਗੂ ਚੱਲ ਰਹੇ ਆ, ਪੈ ਰਹੇ ਨਿਰਮਾਣਤਾ ਵਾਲੇ ਪਾਸੇ। ਪੁੱਤ ਗੱਲ ਸੁਣ ਕੇ ਬਰਦਾਸ਼ਤ ਕਰਿਆ, ਦਿਲ 'ਚ ਨਾ ਰੱਖਿਆ ਕਰ। ਜਿਸ ਦਿਨ ਗੱਲਾਂ ਦਿਲ ਵਿੱਚ ਮਨ ਵਿੱਚ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਤੇਰੇ ਲਈ ਤੇਰਾ ਘਰ ਹੀ ਨਰਕ ਬਣ ਜਾਏਗਾ। ਇਸ ਸੰਸਾਰ ਵਿੱਚ ਵੀ ਹੈ, ਜਦੋਂ ਅਸੀਂ ਆਪਣੇ ਮਿੱਤਰਾਂ, ਦੋਸਤਾਂ, ਸਾਥ ਸੰਬੰਧੀਆਂ, ਰਿਸ਼ਤੇਦਾਰਾਂ ਦੀਆਂ ਗੱਲਾਂ ਦਿਲ 'ਚ ਰੱਖਣ ਲੱਗ ਪੈਂਦੇ ਆ, ਸੁਭਾਅ ਉਹੋ ਜਿਹਾ ਹੀ ਬਣ ਜਾਂਦਾ, ਸੜਿਆ ਦਾ ਸੁਭਾਅ ਹੋ ਜਾਂਦਾ, ਕਿਸੇ ਨਾਲ ਚੱਜ ਨਾਲ ਬੋਲਣਾ ਨਹੀਂ, ਬੁਲਾਉਣਾ ਨਹੀਂ। ਤੇ ਜਦੋਂ ਬੰਦਾ ਦਿਲ ਵੱਡਾ ਕਰ ਲੈਂਦਾ ਨਾ, ਸੁਣ ਕੇ ਅਣਸੁਣਿਆ ਕਰਦਾ, ਉਹ ਵੀ ਕੋਈ ਨਹੀਂ ਲੱਗਦਾ। ਆਪਣੇ ਪੁੱਤ ਨੂੰ, ਆਪਣੀ ਧੀ ਨੂੰ ਜਦੋਂ ਇਹ ਗੱਲਾਂ ਆਖੀਆਂ, ਮਾਤਾ ਸੁਲੱਖਣੀ ਜੀ ਹੰਝੂ ਭਰੇ ਆਏ, ਅੱਖਾਂ ਭਰੇ ਆਏ। ਮਾਂ ਮੈਂ ਆਪ ਵੀ ਦੁਖੀ ਸੀ, ਤੁਹਾਨੂੰ ਵੀ ਦੁਖੀ ਕੀਤਾ ਏ। ਅਸ ਪ੍ਰਕਾਰ ਕੀ ਸੀਖ ਸਿਖਾਨੀ, ਕਿਤਕ ਦਿਵਸ ਰਹਿ ਚੰਦੋ ਰਾਨੀ। ਕਹਿੰਦੇ ਏਦਾਂ ਦੀ ਸਿੱਖਿਆ ਆਪਣੀ ਧੀ ਨੂੰ ਦੇ ਦਿੰਦੀ। ਕਈ ਦਿਨ ਮਾਂ ਚੰਦੋ ਰਾਣੀ ਆਪਣੀ ਧੀ ਕੋਲ ਰਹੀ, ਉਹ ਵੇਖਦੀ ਰਹੀ। ਜਿੰਨੇ ਦਿਨ ਉਹ ਇੱਥੇ ਰਹੇ ਨੇ, ਉਹਨੇ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਘਰੇ ਫੇਰਾ ਹੀ ਨਹੀਂ ਪਾਇਆ। ਖੁਸਦ ਨਾਲ ਤੇ ਜੇ ਉਹਦੀ ਦੁਨਿਆਵੀ ਗਲਤੀ ਵਾਲੀ ਬੀਬੀ, ਉਹਨੇ ਕਹਿਣਾ ਸੀ ਮੇਰੇ ਸਾਹਮਣੇ ਨਹੀਂ ਆਉਂਦਾ, ਸਾਡੇ ਹੁੰਦਿਆਂ ਨਹੀਂ ਆਉਂਦਾ, ਬਾਅਦ ਵਿੱਚੋਂ ਇਹਨੇ ਮੇਰੀ ਧੀ ਦਾ ਕੀ ਹਾਲ ਹੋ ਜਾਣਾ। ਨਹੀਂ, ਗੱਲ ਸਮਝ ਆ ਗਈ ਉਹਨਾਂ ਦੇ ਗੱਲ ਵੀ ਉਹ ਆਉਣ ਨਾ ਆਉਣ, ਜਿਸ ਦਿਨ ਆ ਕੇ ਅਸੀਂ ਗੱਲ ਕਰ ਲਾਂਗੇ, ਸਾਡੇ ਘਰ ਆ ਗਏ, ਪਰ ਤੁਸੀਂ ਨਹੀਂ ਬੋਲਣਾ, ਕਿਉਂਕਿ ਤੁਹਾਡੇ ਕੋਲ ਸਭ ਕੁਝ ਹੈ, ਪਦਾਰਥ ਨੇ, ਵਸਤੂਆਂ ਨੇ, ਭੋਜਨ ਹੈ, ਹਰ ਲੋੜ ਤੁਹਾਡੀ ਘਰ 'ਚ ਪੂਰੀ ਹੋ ਰਹੀ ਹੈ, ਤੇ ਤੁਸੀਂ ਕਿਉਂ ਮਾੜਾ ਕਹਿੰਦੇ। ਸਮਾਂ ਬਤੀਤ ਹੁੰਦਾ ਗਿਆ, ਆਖਰਕਾਰ ਫਿਰ ਮਾਂ ਇੱਕ ਦਿਨ ਕਹਿੰਦੀ ਪੁੱਤ ਮੈਨੂੰ ਆਗਿਆ ਦੇ, ਮੈਂ ਸਮਾਂ ਬੜਾ ਲੰਬਾ ਸਮਾਂ ਹੋ ਗਿਆ ਤੁਹਾਡੇ ਕੋਲ ਰਹਿੰਦੇ ਆ। 10-15 ਦਿਨ ਉਹਨਾਂ ਨੇ ਆਪਣੀ ਧੀ ਦੇ ਕੋਲ ਗੁਜ਼ਾਰੇ ਸੀ। ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਮੇਰੀ ਪੁੱਤਰੀ ਦੁਖੀ ਹੈ, ਮੇਰੀ ਧੀ ਦੁਖੀ ਹੈ। ਅੱਜ ਜਦੋਂ ਵੇਖਿਆ ਵੀ ਧੀ ਵੀ ਖੁਸ਼ ਹੈ, ਉਧਰ ਨਣਦ ਬੇਬੇ ਨਾਨਕੀ ਉਹ ਵੀ ਬਹੁਤ ਪ੍ਰਸੰਨ ਨੇ, ਕਿਉਂਕਿ ਸਾਡੇ ਮਾਤਾ ਸੁਲੱਖਣੀ ਜੀ ਆਉਣ ਜਾਣ ਲੱਗ ਪਏ, ਇੱਧਰ ਉੱਧਰ ਬੁਲਾਉਣ ਲੱਗ ਪਏ। ਉਹ ਵੀ ਬੁਲਾ ਲੈਂਦੇ ਨੇ, ਕੋਲ ਬਿਠਾ ਲੈਂਦੇ ਨੇ। ਕਦੇ ਭੈਣ ਨਾਨਕੀ ਇੱਧਰ ਆ ਕੇ ਬਹਿ ਜਾਂਦੇ ਆ। ਕਹਿੰਦੇ ਇਹ ਮੁਹੱਬਤ, ਭਾਈਚਾਰਾ, ਇਹ ਮਲਾਪ ਦਿਨੋਂ ਦਿਨ ਵੱਧਦਾ ਜਾਂਦਾ ਏ। ਤੋਹਰ ਹੁਨ ਜਨਨੀ ਨਿਜ ਨਗਰ, ਕੋ ਪ੍ਰਾਪਤ ਭਲੀ ਆਵਾਸ। ਭਜ ਸੰਤੋਖ ਸਿੰਘ ਗੁਰ ਚਰਨ, ਜਨਮ ਮਰਨ ਕਟ ਫਾਸ। ਇੰਨਾ ਕੁਝ ਸਮਝਾ ਕੇ ਸਤਿਗੁਰਾਂ ਦੀ ਸੱਸ ਮਾਂ ਚੰਦੋ ਰਾਣੀ ਗੁਰੂ ਸਾਹਿਬ ਨੂੰ ਮੋਦੀਖਾਨੇ ਤੋਂ ਮਿਲ ਕੇ ਆਪਣੇ ਪਿੰਡ ਚਲੇ ਗਏ। ਪੱਖੋਂ ਕੇ ਰੰਧਾਵੇ ਆ ਗਏ ਤੇ ਇੱਕ ਗੱਲ ਜਾਂਦੇ ਜਾਂਦੇ ਦੱਸ ਗਏ ਸੀ, ਪੁੱਤ ਕੋਈ ਉਲਾਂਭਾ ਹੋਵੇ ਮੇਰੇ ਤਾਈਂ ਨਾ ਭੇਜੀ। ਭੈਣਾ ਵਰਗੀ ਆਪਣੀ ਨਣਦ ਨੂੰ ਯਾਦ ਸੀ, ਆਪਣਾ ਸਮਝ ਕੇ ਦੱਸ।
ਵੀ ਜਦੋਂ ਤੁਸੀਂ ਉਹਨਾਂ ਕੋਲ ਗੱਲ ਕਰੋਗੇ ਸਾਡੇ ਘਰ ਦੀ ਗੱਲ ਹੀ ਨਹੀਂ ਹੋਣੀ, ਤੁਹਾਡੇ ਆਪਣੇ ਘਰ ਵਿੱਚ ਹੀ ਗੱਲ ਸੋਲਵ ਹੋ ਜਾਣੀ ਹੈ। ਤੇ ਸੁਲੱਖਣੀ ਜੀ ਕਹਿੰਦੇ ਮਾਂ ਠੀਕ ਹੈ, ਮੈਂ ਕੋਸ਼ਿਸ਼ ਕਰਾਂਗੀ ਵੀ ਤੁਹਾਡੇ ਤੱਕ ਕੋਈ ਗੱਲ ਨਾ ਆਵੇ, ਕਿਉਂਕਿ ਜਦੋਂ ਧੀ ਦੁਖੀ ਹੁੰਦੀ ਤੇ ਮਾਪੇ ਕਦ ਸੁਖੀ ਹੋਣਗੇ, ਉਹਦੇ ਆਪ ਪਰੇਸ਼ਾਨ ਡਬਲ ਹੋ ਜਾਂਦੇ ਆ। ਹੁਣ ਉਹ ਆਪਣੇ ਪਿੰਡ ਆ ਗਏ, ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਹਿਜ ਸੁਭਾਅ ਜਿਵੇਂ ਵਰਤ ਰਹੇ ਸੀ ਉਸੇ ਤਰ੍ਹਾਂ ਵਰਤਦੇ ਹਨ। ਤੋਹਰ ਅਮਲ ਕਮਲ ਦਲ ਲਲਤ ਚਖ ਸੁਰ ਸਰ ਜਲ ਸਮਹੀਹੇ ਕਰਨੇ ਹਾਰ ਮੰਗਲ ਸਕਲ ਨਮੈ ਚਰਨ ਪਰ ਲੇ। ਕਵੀ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਸਮਾਪਤੀ ਤੋਂ ਬਾਅਦ ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਨੇ, ਮਹਿਮਾ ਕਰਦੇ ਨੇ। ਕਹਿੰਦੇ ਗੁਰੂ ਦੀ ਕਥਾ ਬੜੀ ਪੂਜਲ ਹੈ, ਬੜੀ ਮਹਿਮਾ ਵਾਲੀ ਹੈ, ਜਿਹਨੂੰ ਸੁਣ ਕੇ ਜੀਵਨ ਦੇ ਵਿੱਚ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਐਸੀ ਪਰਮਾਤਮਾ ਦੀ ਮਹਿਮਾ ਨੂੰ ਸਦਾ ਨਮਸਕਾਰ ਰਹੇ, ਸਦਾ ਹੀ ਨਮਸਕਾਰ ਹੈ, ਕਿਉਂਕਿ ਜਿਹੜੀ ਕਥਾ ਹੈ ਇਹਨੂੰ ਕਥਾ ਵਰਦਾਨੀ ਜੀਵਨ ਦਾ ਤਬਾਦਲਾ ਸ਼ਬਦਾਂ ਦੀ ਵਿਚਾਰ ਨਾਲ ਹੁੰਦਾ ਹੈ। ਇਸੇ ਕਰਕੇ ਬਾਣੀ ਨੇ ਬਾਰ-ਬਾਰ ਆਖਿਆ ਭਾਈ ਗੁਰੂ ਦੀ ਕਥਾ, ਸਤਿਗੁਰ ਦੀ ਬਾਣੀ, ਸਤਿਗੁਰ ਦੇ ਵਿਚਾਰ ਸਭ ਤੋਂ ਉੱਤਮ ਹੈ, ਸਭ ਤੋਂ ਉੱਚੀ ਹੈ। ਉੱਚੀ ਕਿਉਂ ਹੈ? ਕਿਉਂਕਿ ਗੁਰੂ ਦੀ ਕਥਾ ਦੇ ਨਾਲ ਮਨ ਨੀਵਾਂ ਹੁੰਦਾ ਹੈ, ਮੱਤ ਉੱਚੀ ਹੋ ਜਾਂਦੀ ਹੈ, ਮਨ ਵਿੱਚ ਨਿਰਮਾਣਤਾ ਆਉਂਦੀ ਹੈ ਤੇ ਸ਼ੁਭ ਗੁਣ ਜਦੋਂ ਆਉਂਦੇ ਆ ਸਾਹਮਣੇ ਸਤਿਗੁਰ ਦੇ ਗਿਆਨ ਦੀ ਆਉਂਦੀ ਹੈ, ਕਹਿੰਦੇ ਫਿਰ ਮਨ ਝੁਕਦਾ ਜਾਂਦਾ ਹੈ। ਐਸੀ ਕਥਾ, ਐਸੀ ਮਹਿਮਾ ਨੂੰ ਸਦਾ ਪ੍ਰਣਾਮ ਹੈ। ਕੋਟਕ ਛੰਦ ਨਿਤ ਨਾਨਕ ਆਪਨ ਪੈ ਸੋ ਰਹੈ ਜੇ ਹਿਰਨ ਤੇ ਆਗੇ ਉਗਦਾ ਹੈ। ਭਾਈ ਬਾਲਾ ਜੀ ਸੁਣਾ ਰਹੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਦੇ ਵਿੱਚ ਦਿਨ ਰਾਤ ਰਹਿੰਦੇ ਆ, ਜਾਂਦੇ ਦਿਨ ਰਾਤ ਸੇਵਾ ਦੇ ਵਿੱਚ। ਜਿਨ੍ਹਾਂ ਦੇ ਦੁੱਖ, ਜਿਨ੍ਹਾਂ ਦੇ ਕੋਲ ਬੈਠਿਆਂ ਹਰ ਜੀਵ ਦੇ ਦੁੱਖ ਕੱਟੇ ਜਾਂਦੇ ਆ, ਜਿਨ੍ਹਾਂ ਨੂੰ ਇੱਕ ਵਾਰ ਤੱਕਿਆ ਤੋਂ, ਇੱਕ ਵਾਰ ਦੇਖਿਆ ਤੋਂ ਮਾਨਸਿਕ ਪੀੜਾ ਮੁੱਕ ਜਾਂਦੀ ਹੈ। ਕਹਿੰਦੇ ਐਸੇ ਸਤਿਗੁਰਾਂ ਦੇ ਦਰ ਤੇ ਸਦਾ ਭੀੜਾਂ ਹੀ ਲੱਗੀਆਂ ਰਹਿੰਦੀਆਂ। ਮੋਦੀ ਖਾਨਾ ਕਾਹਦਾ? ਇਹ ਕਹਿ ਲੋ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ। ਦੁਖੀ ਰੂਹਾਂ ਵੀ ਇੱਥੇ ਹਾਜ਼ਰ ਹੁੰਦੀਆਂ ਨੇ। ਕਰਨ ਕਰ ਢੀਠ ਵਿਖੇ ਜੀ ਕੋ ਭਵ ਸਿੰਧ ਉਧਾਰ ਕਰੇ ਤੇ ਕੋ। ਸਤਿਗੁਰੂ ਜੀ ਸਭ ਦਾ ਉਧਾਰ ਕਰਦੇ ਆ, ਕੋਈ ਚੰਗਾ ਕੋਈ ਮਾੜਾ, ਕਿਉਂਕਿ ਜਿੰਨੀ ਕਿਸੇ ਦੀ ਮੱਤ ਹੈ, ਜਿੰਨੀ ਕੁ ਸੋਝੀ ਹੈ, ਜਿੰਨਾ ਗਿਆਨ ਆਉਂਦਾ ਉਹਦੇ ਮੁਤਾਬਕ ਉਹਦਾ ਉਧਾਰ ਹੋ ਜਾਂਦਾ ਹੈ। ਇਹ ਮਨੁੱਖ ਤੇ ਵਿਅਕਤੀ ਦੇ ਆਪਣੇ ਹੱਥ ਹੁੰਦਾ ਹੈ ਵੀ ਉਹਨੇ ਆਪਣੇ ਜੀਵਨ ਨੂੰ ਕਿੰਨਾ ਕੁ ਸੁਖੀ ਬਣਾਉਣਾ ਹੈ, ਉਹਨੇ ਕਿਹੋ ਜਿਹੀ ਮੁਕਤੀ ਪ੍ਰਾਪਤ ਕਰਨੀ। ਕਿਉਂਕਿ ਮੁਕਤੀ 4 ਪ੍ਰਕਾਰ ਦੀ ਹੈ। ਕਿਹੜੀ ਚਾਹੀਦੀ ਹੈ? ਇਹ ਸਾਡੇ ਤੇ ਡਿਪੈਂਡ ਹੈ। ਜਿਹੋ ਜਿਹਾ ਅਸੀਂ ਕਰਮ ਕਰਾਂਗੇ ਉਹੋ ਜਿਹੀ ਮੁਕਤੀ ਮਿਲ ਜੂਗੀ। ਜਿਹੋ ਜਿਹੇ ਕਰਮ ਦੁਨੀਆ ਵਿੱਚ ਕਰਾਂਗੇ ਉਹਨੇ ਇੱਕ ਸੁੱਖਾਂ ਦਾ ਲੈਵਲ ਵੱਧ ਜੂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਿਹੋ ਜਿਹੀ ਕੋਈ ਬਿਰਤੀ ਲੈ ਕੇ ਆਉਂਦਾ ਸਤਿਗੁਰੂ ਉਹੋ ਜਿਹੀ ਭਾਵਨਾ ਪੂਰੀ ਕਰ ਦਿੰਦੇ ਆ। ਇਸੇ ਕਰਕੇ ਬਾਣੀ ਨੇ ਕਿਹਾ ਨਾ, ਜੋ ਮੰਗਿਆ ਹੈ ਠਾਕੁਰ ਆਪਣੇ ਤੇ ਸੋਈ ਦੇ। ਇਹ ਤੇਰੇ ਤੇ ਡਿਪੈਂਡ ਹੈ। ਤੂੰ ਭਗਤੀ ਮੰਗਣੀ ਹੈ, ਨਾਮ ਮੰਗਣਾ ਹੈ ਗੁਰੂ ਕੋਲੋਂ, ਸਤ ਸੰਗ ਮੰਗਣੀ ਹੈ, ਦੁਨਿਆਵੀ ਸੁੱਖ ਜਾਂ ਦੁਨਿਆਵੀ ਪਦਾਰਥ ਮੰਗਣੇ ਹੈ। ਤੂੰ ਜੋ ਮੰਗ ਲਏਗਾ ਤੈਨੂੰ ਉਹੀ ਮਿਲੇਗਾ। ਇਹ ਨਹੀਂ ਹੈ ਕਿ ਤੂੰ ਮੰਗੇ ਮਾਇਆ ਤੇ ਗੁਰੂ ਕੇ ਮੁਕਤੀ ਦੇ। ਹਾਂ, ਜਿਹੜਾ ਕਹਿੰਦਾ ਮਰਦ ਮੈਨੂੰ ਮੁਕਤ ਕਰ ਦਿਓ, ਸਤਿਗੁਰੂ ਮੁਕਤ ਕਰ ਦਿੰਦੇ ਆ। ਬੜੀ ਵਾਰ ਇਤਿਹਾਸ ਵਿੱਚ ਆਪ ਜੀ ਨੇ ਸੁਣਿਆ, ਕਿਸੇ ਨੇ ਕਿਹਾ ਮਰਦ ਮੈਨੂੰ ਘੋੜਾ ਚਾਹੀਦਾ, ਪਦਾਰਥ ਚਾਹੀਦਾ, ਮਾਰ ਲੈ ਜਾ ਭਾਈ। ਪਰ ਪੁੱਛਦੇ ਸੀ ਵੀ ਤਿੰਨੇ ਲੋਕਾਂ ਵਿੱਚੋਂ ਦੱਸ ਤੈਨੂੰ ਕੀ ਦਈਏ। ਇਹਦਾ ਭਾਵ ਕੀ ਹੈ? ਜੋ ਮੰਗਿਆ ਹੈ ਕਿ ਤੂੰ ਜੋ ਮੰਗੇਗਾ ਤੈਨੂੰ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਬਾਅਦ ਜੋ ਕਹਿ ਦਿੰਦੇ ਆ, ਭਾਈ ਕੀ ਚਾਹੀਦਾ ਤੈਨੂੰ? ਕੋਈ ਕਹਿੰਦਾ ਰਾਸ਼ਨ ਦੇ ਦਿਓ ਜੀ, ਕੋਈ ਕਹਿੰਦਾ ਮਰਦ ਦੁੱਖ ਕੱਟ ਦਿਓ, ਕੋਈ ਕਹਿੰਦਾ ਭਗਤੀ ਦੀ ਦਾਤ ਦੇ ਦਿਓ। ਜੋ ਜੋ ਮੰਗਦਾ ਸੀ ਮੋਦੀ ਖਾਨੇ ਤੋਂ ਉਹ ਸਭ ਕੁਝ ਪ੍ਰਾਪਤ ਹੁੰਦਾ ਏ। ਇੱਕ ਦਿਓਸ ਗਏ ਭਗਨੀ ਸਦਨੰ ਬੇਨਿਅੰਕ ਮਿਅੰਕ ਬਨਿਓ ਬਦਨੰ। ਹੁਣ ਸਮਾਂ ਬਤੀਤ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਿਨ ਸਹਿਜ ਸੁਭਾਅ ਬੈਠੇ ਬੈਠੇ ਕਹਿੰਦੇ, ਬਾਲਿਆ ਤੁਸੀਂ ਬੈਠੋ, ਅਸੀਂ ਘਰ ਜਾ ਆਈਏ। ਸੁਭਾਵਕ ਹੀ ਆਖਿਆ, ਕਿਉਂਕਿ ਸਤਿਗੁਰਾਂ ਤੋਂ ਬਾਅਦ ਭਾਈ ਬਾਲਾ ਜੀ ਮੋਦੀ ਖਾਨੇ ਦੀ ਸਾਰੀ ਜ਼ਿੰਮੇਵਾਰੀ ਸੰਭਾਲਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਦਰਾ ਰੱਖਿਆ ਮੋਢੇ ਤੇ, ਸਹਿਜ ਸੁਭਾਅ ਆਪਣੇ ਘਰ ਨੂੰ ਚੱਲ ਪਏ। ਪਦ ਮੰਦੈ ਮੰਦ ਧਰੈ ਧਰਣੀ ਉਪਮਾ ਅਰਬਿੰਦ ਭਲੇ ਬਰਣੀ। ਹੌਲੀ ਹੌਲੀ
ਹੌਲੀ ਕਦਮ ਦਰ ਕਦਮ ਚੱਲਦੇ ਸਤਿਗੁਰੂ ਬੜਾ ਸਲੋ ਘਰ ਵੱਲ ਆ ਰਹੇ ਆ। ਜਿੱਥੇ ਕੋਈ ਮਿਲਦਾ ਖੜ ਜਾਂਦੇ ਨੇ, ਪਿਆਰ ਨਾਲ ਸਭ ਬੁਲਾਉਂਦੇ ਆ, ਬੋਲਦੇ ਬਹੁਤ ਘੱਟ ਨੇ। ਮਤਲਬ ਹਾਂਜੀ ਸ਼ਬਦ ਸਤਿਗੁਰੂ ਜ਼ਿਆਦਾ ਵਰਤਦੇ ਆ, ਹੱਥ ਹੀ ਜੋੜ ਦਿੰਦੇ ਆ ਜ਼ਿਆਦਾਤਰ। ਕੋਈ ਮਖੌਲ ਕਰੇ, ਟੀਚਰ ਕਰੇ, ਜਿਵੇਂ ਦਾ ਕੋਈ ਵਰਤਦਾ ਉਹਦੇ ਹਿਸਾਬ ਨਾਲ ਸਤਿਗੁਰੂ ਘੱਟ ਬੋਲਦੇ ਪਰ ਜਵਾਬ ਦੇ ਦਿੰਦੇ ਆ। ਇੱਕ ਸਮਾਂ ਐਸਾ ਵੀ ਆਇਆ ਸੀ, ਕਿਸੇ ਦੇ ਬੁਲਾਇਆ ਵੀ ਨਹੀਂ ਸੀ, ਚੁੱਪ ਰਹਿੰਦੇ ਸੀ। ਚੱਲਦੇ ਮਰਦ ਘਰ ਨੂੰ ਆਏ, ਸਤਿਗੁਰਾਂ ਦੇ ਜੀਜਾ ਜੀ ਅੱਜ ਘਰ ਹੀ ਨੇ, ਜੈ ਰਾਮ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਘਰ ਆਉਂਦੇ ਆਪਣੇ ਘਰ ਨਾਲ ਪ੍ਰਵੇਸ਼ ਹੋਏ। ਜਿੱਥੇ ਨਵਾਂ ਘਰ ਬਣਾਇਆ ਨਾ, ਪਤਨੀ ਸਮੇਤ ਰਹਿੰਦੇ ਆ, ਉਸ ਘਰ ਵਿੱਚ ਨਹੀਂ ਆਏ। ਨਾਲ ਸਾਹਮਣੇ ਘਰ ਆ, ਉਸੇ ਵਿਹੜੇ ਵਿੱਚ ਭੈਣ ਨਾਨਕੀ ਜੀ ਦਾ ਘਰ, ਉਸ ਪਾਸੇ ਨੂੰ ਚੱਲ ਪਏ। ਭਗਨੀ ਭਿਖ ਸ੍ਰੀ ਮੁਖ ਕੋ ਹਰਖੀ, ਜਾਣਿਆਨ ਦੰਤਾ ਜਗ ਕੀ ਕਰਖੀ। ਅੱਜ ਬੜੇ ਲੰਮੇ ਸਮੇਂ ਬਾਅਦ, ਤਕਰੀਬਨ 1.5 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਿਹੜੇ ਵਿੱਚ ਆਏ ਆ। ਜਦੋਂ ਸਤਿਗੁਰਾਂ ਨੂੰ ਦਰਵਾਜ਼ੇ ਵਿੱਚ, ਦਹਲੀਜ਼ ਵਿੱਚ ਖੜਿਆ ਭੈਣ ਨਾਨਕੀ ਨੇ ਵੇਖਿਆ, ਕਹਿੰਦੇ ਚਾਅ ਇੰਨਾ ਚੜ ਗਿਆ, ਦੁਨੀਆ ਦੀ ਸੁੱਧ ਬੁੱਧ ਭੁੱਲ ਗਈ। ਆਖੋ ਸਤਿਨਾਮ, ਗੁਰੂ ਸਾਹਿਬ ਆ ਗਏ। ਕਿਉਂਕਿ ਉਹਨਾਂ ਨੇ ਕਿਹਾ ਸੀ ਨਾ ਆਪਣੀ ਮਾਸੀ ਦੀ ਚਿੰਤਾ ਨਾ ਕਰੋ, ਜਿੱਦਣ ਆ ਗਏ ਗੱਲ ਕਰਾਂਗੇ। ਪਰ ਗੁਰੂ ਸਾਹਿਬ ਦੇ ਦਰਸ਼ਨ ਭਾਗਾਂ ਨਾਲ ਹੀ ਹੁੰਦੇ ਸੀ। ਬੜੇ ਲੰਮੇ ਸਮੇਂ ਬਾਅਦ ਸਤਿਗੁਰ ਬਿਨਾਂ ਬੁਲਾਏ ਘਰ ਆਏ। ਕਿਉਂਕਿ ਜ਼ਿਆਦਾਤਰ ਸਤਿਗੁਰਾਂ ਦਾ ਸੁਭਾਅ ਸੀ, ਜਦੋਂ ਬੁਲਾਉਂਦੇ ਸੀ ਉਦੋਂ ਹੀ ਆਉਂਦੇ ਸੀ, ਆਪ ਕਦੇ ਨਹੀਂ ਸੀ ਆਉਂਦੇ। ਅੱਜ ਕਰਮਾਂ ਨਾਲ ਹੀ ਆ ਗਏ। ਜਦੋਂ ਘਰ ਆਏ ਕਹਿੰਦੇ ਖੁਸ਼ੀ ਇੰਨੀ ਚੜੀ, ਕੁਝ ਸੋਚਦਾ ਨਹੀਂ ਇਹਨਾਂ ਨੂੰ ਕਿੱਥੇ ਬਿਠਾਈਏ। ਤੁਲਸਾ ਪਰਜੰਕ ਮਨੋਗੜ ਸਾਂ, ਢਿਗ ਬੈਸ ਗਈ ਕਹਿ ਬੈਨ ਸੁਸਾ। ਸਤਿਗੁਰਾਂ ਦੇ ਭੈਣ ਨਾਨਕੀ ਜੀ ਨੇ ਉਸੇ ਵੇਲੇ ਦਾਸੀ ਤੁਲਸਾ ਨੂੰ ਆਵਾਜ਼ ਮਾਰੀ, ਤੁਲਸਾ ਪਲੰਘਾ ਲੈ ਕੇ ਆ, ਵੀਰ ਆਇਆ ਮੇਰਾ। ਜਦੋਂ ਤੁਲਸਾ ਦਾਸੀ ਨੇ ਤੱਕਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚਾਅ ਇੰਨਾ ਚੜ ਗਿਆ ਜੀ, ਕਹਿੰਦੇ ਭੱਜੀ ਗਈ, ਪਲੰਘਾ ਲਿਆ ਕੇ ਵਿਹੜੇ 'ਚ ਰੱਖਦਾ, ਮੰਜੀ ਢਾਤੀ। ਭੈਣ ਨਾਨਕੀ ਹੱਥ ਜੋੜ ਕੇ, ਵੀਰ ਜੀ ਬੈਠੋ, ਭਰਾਤਾ ਜੀ ਆਓ। ਮਹਾਰਾਜ ਕਹਿੰਦੇ ਭੈਣ ਜੀ ਪਹਿਲਾਂ ਤੁਸੀਂ ਬੈਠੋ। ਕਿੱਡਾ ਸਤਿਕਾਰ ਕਰਦੇ। ਆਖਿਰਕਾਰ ਬੇਨਤੀਆਂ ਕਰਕੇ ਗੁਰੂ ਸਾਹਿਬ ਨੂੰ ਭੈਣ ਜੀ ਨੇ ਤੁਹਾਨੂੰ ਇੱਥੇ ਬਿਠਾਇਆ। ਆਪ ਪੈਂਦਾਂ ਵਾਲੇ ਪਾਸੇ ਬਹਿ ਗਏ। ਬਸ ਵੇਖੀ ਜਾਂਦੇ ਆ ਵਾਰ-ਵਾਰ। ਚਾਈ ਬੜਾ ਚੜਿਆ ਹੋਇਆ ਹੈ, ਕਿਉਂਕਿ ਬਹੁਤ ਸਮਾਂ ਹੋ ਗਿਆ ਉਡੀਕਦਿਆਂ ਨੂੰ। ਸਤਿਗੁਰ ਘਰ ਆਉਂਦੇ ਨਹੀਂ ਸੀ। ਬਿਨ ਹੂਤ ਨਕੇਤ ਧਰੇ ਚਰਨਾ, ਮਨ ਜਾਣਤ ਹੋ ਜੇ ਭਈ ਕਰਨਾ। ਇੰਨੇ ਖੁਸ਼ ਹੋ ਕੇ ਭੈਣ ਨਾਨਕੀ ਆਖਣ ਲੱਗੇ, ਭਰਾਤਾ ਜੀ ਅੱਜ ਕਿੱਦਾਂ ਬਿਨਾਂ ਦੱਸੇ ਆ ਗਏ। ਖੁਸ਼ੀ ਦੀਆਂ ਗੱਲਾਂ ਇਹ ਪਿਆਰ ਵਿੱਚ। ਕਹਿੰਦੇ ਅੱਜ ਤੇ ਦੱਸਿਆ ਵੀ ਨਹੀਂ। ਅੱਗੇ ਜੇ ਕਿਤੇ ਆਉਣਾ ਹੁੰਦਾ, ਕੋਈ ਚੀਜ਼ ਮੰਗਾਉਣੀ ਹੁੰਦੀ, ਭਾਈ ਬਾਲਾ ਜੀ ਨੂੰ ਭੇਜ ਦਿੰਦੇ, ਬਾਲਿਆ ਪ੍ਰਸ਼ਾਦਾ ਫੜ ਲਿਆ, ਫਲਾਣੀ ਵਸਤੂ ਲੈ ਆ ਚੀਜ਼ ਘਰ ਦੇ ਆ। ਅੱਜ ਵੀਰ ਜੀ ਤੁਸੀਂ ਕਿੱਦਾਂ ਆ ਗਏ, ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ। ਇੰਨੀ ਖੁਸ਼ੀ 'ਚ ਪੁੱਛਦੇ ਆ, ਕਹਿੰਦੇ ਅੱਜ ਕਿੱਦਾਂ ਗਰੀਬਾਂ ਤੇ ਕਿਰਪਾ ਕੀਤੀ, ਕਿਵੇਂ ਸਾਡੇ ਤੇ ਤਰਸ ਆ ਗਿਆ। ਮੁਖ ਹਿਰਨ ਕੀ ਚਿਤ ਚਹਿ ਸਦਾ, ਨਿਤ ਯਾਦ ਕਰੂੰ ਤੁਮ ਆਪ ਤਦਾ। ਇਹ ਬਚਨ ਬੋਲਦੇ ਬੋਲਦੇ ਭੈਣ ਜੀ ਭਾਵੁਕ ਹੋ ਗਏ। ਭਰਾਤਾ ਜੀ ਬੜੇ ਲੰਮੇ ਸਮੇਂ ਤੋਂ ਯਾਦ ਕਰਦੇ ਸੀ, ਚਿਹਰਾ ਵੀ ਦੇਖਣ ਨੂੰ ਤਰਸ ਰਹੇ ਸੀ। ਸ਼ੁਕਰ ਅੱਜ ਤੁਹਾਡੇ ਦਰਸ਼ਨ ਹੋ ਗਏ, ਸ਼ੁਕਰ ਹੈ। ਜਦੋਂ ਭੈਣ ਜੀ ਹੱਥ ਜੋੜ ਬਾਰ-ਬਾਰ ਬੇਨਤੀਆਂ ਕਰਦੇ, ਮਰਦੇ ਹੱਥ ਜੋੜ ਕਹਿੰਦੇ ਨਾ ਭੈਣ ਜੀ ਇਹਦਾ ਨਾ ਕਹੋ, ਇਹ ਸ਼ਬਦ ਤੁਹਾਡੇ ਮੁਖ ਤੋਂ ਅੱਜ ਸ਼ੋਭਾ ਦਿੰਦੇ ਨਹੀਂ। ਹੁਣ ਨਾਨਕ ਬੈਨ ਭਣੀ ਸੁਣੀਏ, ਨਿਜ ਦਾਸ ਸਦਾ ਹਮਕੋ ਜਾਣੀਏ। ਜਦੋਂ ਭੈਣ ਜੀ ਨੇਤਰਾਂ 'ਚ ਅਥਰੂ ਲੈ ਆਏ, ਭਾਵੁਕ ਪਲ ਸੀ ਉਸ ਵੇਲੇ। ਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਜੋੜ ਕੇ ਪਤਾ ਕੀ ਕਹਿੰਦੇ, ਭੈਣੇ ਮੇਰੀਏ ਮੈਨੂੰ ਵੀਰ ਨਾ ਸਮਝਿਆ ਕਰ, ਮੈਂ ਤੇ ਤੇਰੇ ਚਰਨਾਂ ਦਾ ਸੇਵਕ ਹਾਂ। ਆਖੋ ਸਤਿਨਾਮ, ਦਾਸ ਹਾਂ ਤੇਰਾ, ਸੇਵਕ ਹਾਂ ਤੇਰਾ। ਕਹਿੰਦੇ ਜਦੋਂ ਆਹ ਬਚਨ ਸੁਣੇ, ਅੱਖਾਂ 'ਚ ਤੇ ਹੰਝੂ ਹੋਣੇ ਸੀ, ਮਨ ਤੇ ਭਾਵੁਕ ਹੋਣਾ ਸੀ। ਜੈ ਰਾਮ ਜੀਆਂ ਨੇ ਸੁਣ ਕੇ ਉਹ ਵੀ ਭਾਵੁਕ ਹੋ ਗਏ। ਐਡੀ ਨਿਮਰਤਾ ਜਿਨ੍ਹਾਂ ਨੂੰ ਦੁਨੀਆ ਰੱਬ ਕਹਿੰਦੀ ਹੈ, ਉਹ ਆਪਣੀ ਭੈਣ ਜੀ ਅੱਗੇ ਹੱਥ ਜੋੜ ਕੇ ਆਖਦੇ, ਭੈਣੇ ਮੇਰੀਏ ਤੁਸੀਂ ਜਦ ਬੁਲਾਓ ਅਸੀਂ ਉਦੋਂ ਹੀ ਹਾਜ਼ਰ ਹਾਂ। ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਵੀ ਅੱਜ ਅਸੀਂ ਕਿਵੇਂ ਆ ਗਏ ਹਾਂ? ਅਸੀਂ ਸੇਵਕ ਹਾਂ ਤੁਹਾਡੇ। ਸੇਵਕ ਕੀ, ਨੌਕਰ ਕੀ ਤੇ ਨਖਰਾ ਕੀ, ਆ ਨਿਮਰਤਾ ਦੇ ਬਚਨ ਸਨ। ਕਹਿੰਦੇ ਭੈਣ ਜੀ ਤੂੰ ਇਹ ਬਚਨ ਸਹਾਰੇ ਨਾ ਗਏ।
ਅਬ ਲਾਖ ਕਾਰਨ ਕੀ ਕਰਹੁ, ਤਬ ਤੂਰਨ ਆਓ ਨਾ ਮੈਂ ਡਰਹੁ। ਭੈਣ ਜੀ ਮੈਂ ਤੇ ਤੁਹਾਨੂੰ ਪਹਿਲੇ ਕਿਹਾ ਸੀ ਵੀ ਜਿਸ ਦਿਨ ਤੁਹਾਡੇ ਮਨ ਦੀ ਇੱਛਾ ਸਾਨੂੰ ਮਿਲਣ ਦੀ ਹੋਵੇ, ਮਨ ਵਿੱਚੋਂ ਹੁਕਮ ਕਰ ਦਿਆ ਕਰੋ ਨਾ ਆਵਾ। ਇਹ ਕਿਹੜੀ ਗੱਲ ਆਖੋ ਸਤਨਾਮ। ਕਦੇ ਇਹ ਬਚਨ ਗੁਰੂ ਸਾਹਿਬ ਦੇ ਵਾਅਦੇ ਵਿੱਚ ਕਹੇ ਸੀ ਭੈਣ ਜੀ? ਭੈਣ ਜੀ ਜਦ ਚੇਤੇ ਕਰੋਗੇ ਆਓਗੇ, ਕਹਿੰਦੇ ਵੇਖੋ ਤੁਸੀਂ ਯਾਦ ਕੀਤਾ ਸੀ ਆ ਗਏ, ਪਰ ਗੁਲਾਬੀ ਨਾ ਦਿਆ ਕਰੋ, ਤਰਸਿਆ ਨਾ ਕਰੋ, ਹੁਕਮ ਕਰਿਆ ਕਰੋ ਆਪਣੇ ਮਨ ਤੋਂ। ਕਿਉਂਕਿ ਬ੍ਰਹਮ ਗਿਆਨੀ ਸਾਧੂ ਜਿਹੜੇ ਬੰਦਗੀ ਵਾਲੇ ਹੁੰਦੇ ਆ ਨਾ, ਉਹਨਾਂ ਦੀਆਂ ਦਿਲਾਂ ਦੀਆਂ ਤਾਰਾਂ ਹੁੰਦੀਆਂ ਨੇ। ਜਿਹੜੀ ਗੱਲ ਕਰਨੀ ਮਨ ਦੇ ਫੁਰਨੇ ਨਾਲ ਹੀ ਕਹਿ ਜਿਹੜੀ ਆ, ਭਾਵੇਂ ਕਿਲੋਮੀਟਰ ਹਜ਼ਾਰਾਂ ਹੋਣ ਲੱਖਾਂ ਹੋਣ, ਉੱਥੇ ਫੁਰਨਾ ਹੋਣਾ। ਭੈਣ ਜੀ ਉਹ ਫੁਰਨਾ ਕਰਿਆ ਕਰੋ, ਹੁਕਮ ਕਰਿਆ ਕਰੋ, ਬਿਨਾਂ ਬੁਲਾਏ ਤੁਹਾਡੇ ਅਸੀਂ ਚੱਲ ਕੇ ਆਵਾਂਗੇ। ਉਜਤੇ ਬਹਿਜ ਦੀਰਘ ਹੈ ਤੁਮਰੀ, ਨਿਤ ਆਇਸ ਮੈਂ ਲਿਪਸਾ ਹਮਰੀ। ਭੈਣਾਂ ਦੀ ਆਖਣ ਲੱਗੀ ਭਰਾਤਾ ਜੀ ਏਦਾਂ ਨਾ ਕਹੋ, ਤੁਸੀਂ ਦਾਸ ਕਿਵੇਂ ਹੋ ਸਕਦੇ, ਤੁਸੀਂ ਤੇ ਪ੍ਰਮਾਤਮਾ ਹੋ। ਗੁਰੂ ਨਾਨਕ ਸਾਹਿਬ ਹੱਥ ਜੋੜ ਕੇ ਬੜੇ ਪਿਆਰ ਨਾਲ ਕਹਿੰਦੇ ਭੈਣ ਜੀਓ ਤੁਸੀਂ ਉਮਰ ਵਿੱਚੋਂ ਸਾਡੇ ਨਾਲੋਂ 5 ਸਾਲ ਵੱਡੇ ਹੋ, ਸਾਨੂੰ ਗੋਦ ਵਿੱਚ ਖੜਾਇਆ, ਤੁਸੀਂ ਬੜਾ ਪਿਆਰ ਦਿੱਤਾ ਹੈ, ਬੜਾ ਲਾਡ ਲੜਾਇਆ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਸੀ ਨਾ, ਭੈਣ ਨਾਨਕੀ ਉਦੋਂ 5 ਸਾਲ ਦੇ ਸੀ, ਆਪਣੇ ਵੀਰ ਨੂੰ ਚੁੱਕੀ ਫਿਰਦੇ ਸੀ ਚਾਰ ਦੇ ਵਿੱਚ, ਇੰਨਾ ਪਿਆਰ ਕਰਦੇ ਸੀ, ਚਾਹ ਹੀ ਬੜਾ ਸੀ। ਤੇ ਗੁਰੂ ਪਰਮੇਸ਼ਰ ਨੇ ਸਾਨੂੰ ਸਭ ਕੁਝ ਜਾਣਦੇ ਆ, ਕਹਿੰਦੇ ਭੈਣ ਜੀ ਤੁਹਾਡੇ ਹੁਕਮ ਦੇ ਬੱਧੇ ਹੋਏ ਆ, ਹੁਕਮ ਦੇ ਬੱਧੇ। ਇਹ ਗੱਲਾਂ ਨਾ ਕਰਿਆ ਕਰੋ ਕਿ ਤੁਸੀਂ ਯਾਦ ਕਰੋਗੇ ਅਸੀਂ ਤਾਂ ਆਵਾਂਗੇ, ਹੁਕਮ ਕਰਿਆ ਕਰੋ, ਹੁਕਮ। ਉਹ ਐਸਾ ਸਮਾਂ ਜ਼ਿੰਦਗੀ 'ਚ ਕਦੇ ਨਹੀਂ ਆਊ, ਤੁਸੀਂ ਚੇਤੇ ਕਰੋ ਅਸੀਂ ਹਾਜ਼ਰ ਹੋਈਏ ਨਾ। ਤੁਮ ਵਾਕ ਨ ਮੋਰੋ ਮੈਂ ਕਬਹੀ, ਪ੍ਰਤਾਪ ਆਹੇ ਤੁਮਰਾ ਸਭ ਹੀ। ਅੱਜ ਸਤਿਗੁਰ ਭਾਵੁਕ ਹੋ ਕੇ ਆਖਣ ਲੱਗੇ ਭੈਣੇ ਮੇਰੀਏ, ਮੇਰੇ ਵਿੱਚ ਇੰਨੀ ਹਿੰਮਤ ਨਹੀਂ, ਮੈਂ ਜ਼ਿੰਦਗੀ ਵਿੱਚ ਕਦੇ ਤੇਰਾ ਬੋਲ ਮੋੜ ਜਾ। ਆਖੋ ਸਤਨਾਮ। ਇਹ ਜੁਗਾ ਨਹੀਂ ਨਾ ਕਦੇ ਇਹ ਸੋਚਿਓ ਵੀ ਨਾ, ਜਦ ਤੁਸੀਂ ਸਾਨੂੰ ਬੁਲਾਓਗੇ ਅਸੀਂ ਕਿਤੇ ਵੀ ਹੋਈਏ, ਇਹ ਵਾਅਦਾ ਕੀਤਾ ਹੋਇਆ ਮਰਦ ਨੇ, ਭਾਵੇਂ ਉਹ ਖੰਡਾਂ ਬ੍ਰਹਿਮੰਡਾਂ ਵਿੱਚ ਕਿਤੇ ਵੀ ਹੋਣ, ਇਸ ਧਰਤੀ ਤੋਂ ਪਰੇ ਕਿਤੇ ਹੋਣ, ਜਦ ਵੀ ਕਿਤੇ ਭੈਣ ਨਾਨਕੀ ਨੇ ਸੁਰਤ ਕਰਕੇ ਚੇਤੇ ਕੀਤਾ ਵੀਰ ਜੀ ਆਲੂ ਪ੍ਰਸ਼ਾਦਾ ਬਣੀ ਹੈ, ਉਸੇ ਵੇਲੇ ਆ ਜਾਂਦੇ ਸੀ। ਇਹ ਬੜੀ ਵਾਰ ਹੋਣਾ ਹੈ। ਉਦਾਸੀਆਂ 'ਚ ਮਰਦ ਕਿੱਥੇ ਆ, ਕਦੇ ਅਰਬ ਦੇਸ਼, ਕਦੇ ਬਗਦਾਦ, ਕਦੇ ਕਿਸੇ ਧਾਕੇ ਵਾਲੇ ਪਾਸੇ, ਕਦੇ ਕਦੇ ਸਵੇਰ ਪਰਬਤ ਤੇ। ਜਦ ਵੀ ਭੈਣ ਨਾਨਕੀ ਨੇ ਚਿੱਤ ਕਰਕੇ ਚੇਤੇ ਕੀਤਾ ਵੀਰ ਜੀ ਆਓ ਕਿਰਪਾ ਦਰਸ਼ਨ ਦਿਓ, ਬੜਾ ਲੰਮਾ ਸਮਾਂ ਹੋ ਗਿਆ, ਉਹਦੇ 7 ਕਰਤਾਰ ਕਹਿ ਕੇ ਵਿਹੜੇ ਜਾਣ ਖੜਦੇ ਸੀ, ਨਾਲ ਭਾਈ ਬਾਲਾ ਮਰਦਾਨਾ ਵੀ ਹੁੰਦੇ ਸੀ, ਚਲੇ ਹੁੰਦੇ ਸੀ ਗੁਰੂ ਦਾ। ਅੱਜ ਬੜੇ ਪਿਆਰ 'ਚ ਕਹਿੰਦੇ ਭੈਣ ਜੀ ਉਮਰ ਵਿੱਚ ਵੱਡੇ ਹੋ, ਬੜੇ ਅਹਿਸਾਨ ਤੁਹਾਡੇ ਸਾਡੇ ਉੱਤੇ ਨੇ, ਇਹ ਕਿਵੇਂ ਹੋ ਸਕਦਾ ਹੈ ਅਸੀਂ ਤੁਹਾਡਾ ਕੋਈ ਬਚਤ ਮੋੜੀਏ। ਦੇਖੋ ਭੈਣ ਜੀ ਕੀ ਕਹਿ ਰਹੇ ਸੀ ਮਾਸੀ ਜੀ, ਕਹਿੰਦੇ ਅਸੀਂ ਬੇਨਤੀ ਕਰ ਸਕਦੇ ਹਾਂ, ਸਮਝਾ ਨਹੀਂ ਸਕਦੇ। ਕਿ ਇੱਧਰ ਕੀ ਕਹਿੰਦੇ ਆ ਮਰਦ, ਭੈਣ ਜੀ ਉਹ ਅਸੀਂ ਤੁਹਾਡਾ ਹੁਕਮ ਕਦੇ ਮੋੜ ਨਹੀਂ ਸਕਦੇ। ਆਖੋ ਸਤਨਾਮ। ਇਹ ਨਿਮਰਤਾ ਦੇ ਬਚਨ, ਇਹ ਹਨ ਪ੍ਰੇਮ ਦੇ ਬੋਲ। ਜਗ ਕਾਰਜ ਜਰ ਸੁਮਣ ਫਸੇ, ਬਿਲਗੇ ਜੋ ਮਿਲੇ ਬਿਨ ਕਿਉਂ ਨਿਕਸੇ। ਭੈਣ ਜੀ ਅਸੀਂ ਤੁਹਾਡਾ ਬਚਨ ਮੋੜੀਏ ਹੋ ਨਹੀਂ ਸਕਦਾ, ਦੁਨੀਆ ਦੇ ਕਿਸੇ ਸਮੁੰਦਰਾਂ ਦੇ ਕਿਨਾਰਿਆਂ ਤੇ ਵੀ ਹੋਈਏ ਨਾ, ਹੁਕਮ ਕਰਿਆ ਕਰੇ, ਚੇਤੇ ਕਰਿਆ ਕਰੇ। ਕਹਿੰਦੇ ਸਤਿਗੁਰਾਂ ਦੇ ਸਨਮੁਖ ਭੈਣ ਜੀ ਰੋਏ, ਚਰਨ ਫੜ ਕੇ ਮਾਫੀ ਮੰਗਣ ਲੱਗੇ, ਰੱਬਾ ਕਿੱਥੇ ਤੇਰਾ ਦੇਣ ਦੇਾਂਗੇ। ਆਖੋ ਸਤਨਾਮ। ਭੁੱਲ ਗਈਆਂ ਸਾਰੀਆਂ ਗੱਲਾਂ ਜੋ ਸਤਿਗੁਰਾਂ ਦੀ ਸੱਸ ਨੇ ਕਿਹਾ ਸੀ, ਸਮਝਾਇਓ ਕਿਹੋ ਕੁਛ। ਸੱਚੀ ਜਦੋਂ ਪ੍ਰੇਮ ਹੁੰਦਾ ਨਾ ਤੇ ਪਿਆਰਾ ਪ੍ਰੀਤਮ ਸਤਿਗੁਰੂ ਸਾਹਮਣੇ ਹੋਵੇ, ਕੋਈ ਦੁਨੀਆ ਚੇਤੇ ਨਹੀਂ ਰਹਿੰਦੀ, ਭੁੱਲ ਜਾਂਦਾ ਸਾਰਾ ਕੁਝ। ਤੇ ਸੱਚੀ ਜਿੱਦਣ ਸਾਡਾ ਗੁਰੂ ਨਾਲ ਪਿਆਰ ਬਣ ਗਿਆ ਨਾ, ਗੁਰੂ ਨਾਨਕ ਦੇ ਘਰ ਬੈਠਿਆਂ ਸਾਨੂੰ ਬਾਹਰ ਦਾ ਗਿਆਨ ਨਹੀਂ ਰਹਿਣਾ, ਕਥਾ ਕੀਰਤਨ ਸੁਣਦੇ ਆ ਸਾਨੂੰ ਆਪਣੇ ਆਪ ਦਾ ਨਹੀਂ ਪਤਾ ਰਹਿਣਾ, ਇਹ ਕਿਰਪਾ ਹੈ। ਪਰ ਅਸੀਂ ਗੁਰੂ ਘਰ ਵੀ ਬੈਠੇ ਹੋਈਏ, ਸਾਡਾ ਧਿਆਨ ਆਸੇ ਪਾਸੇ ਰਹਿੰਦਾ ਹੈ, ਦੁਨੀਆ ਦੀ ਉਹ ਚੌਕੁੰਟਾਂ ਘੁੰਮ ਕੇ ਆ ਜਾਂਦੀਆਂ ਜਿਹੜੀਆਂ ਕਦੇ ਸਾਨੂੰ ਵਿਹਲਿਆਂ ਨੂੰ ਯਾਦ ਨਹੀਂ ਆਉਂਦੀਆਂ। ਗੁਰਦੁਆਰੇ ਬੈਠੀਏ, ਪਾਠ ਕਰੀਏ, ਉਹ ਮਾੜੇ ਮਾੜੇ ਖਿਆਲ ਤੇ ਮਾੜੇ ਮਾੜੇ ਫੁਰਨੇ ਆਉਣੇ ਸ਼ੁਰੂ ਹੋ ਜਾਣੇ ਜਿਹੜੇ ਸੁਪਨੇ ਦੇ ਨਹੀਂ ਹੁੰਦੇ। ਜਿੱਦਣ ਗੁਰੂ ਦੀ ਕਿਰਪਾ ਹੋ ਗਈ ਫਿਰ ਇੱਕ ਮਿਕ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਭੈਣ ਜੀ ਤੁਸੀਂ ਯਾਦ ਕੀਤਾ ਸੀ ਸਾਨੂੰ,
ਹੁਕਮ ਕਰੋ ਸਾਡੇ ਤਾਈ ਹੁਕਮ ਕੀ ਹੈ। ਢਿਗ ਹੋਵਤ ਭੀ ਨਹਿ ਮੇਲ ਬਣੇ ਜਿਸ ਟਾਂਟ ਇਹ ਮਤਵਾਨ ਪਨੇ। ਉਸ ਵੇਲੇ ਭੈਣ ਨਾਨਕੀ ਨੇ ਉਲਾਂਭਾ ਦਿੱਤਾ ਬੜੇ ਪ੍ਰੇਮ ਦਾ, ਸਤਿਗੁਰੂ ਆਪ ਕਹਿੰਦੇ ਹੋ ਅਸੀਂ ਦੂਰੋਂ ਚੱਲ ਕੇ ਆ ਜਾਾਂਗੇ, ਆ ਮੋਦੀਖਾਨਾ ਕਿੰਨੀ ਕੁ ਦੂਰ ਹੈ, ਨੇੜੇ ਹੋ ਕੇ ਵੀ ਤੁਹਾਡੇ ਦਰਸ਼ਨਾਂ ਨੂੰ ਅਸੀਂ ਤਰਸਦੇ ਰਹਿੰਦੇ ਹਾਂ। ਆਖੋ ਸਤਿਨਾਮ। ਕਹਿੰਦੇ ਹੁਕਮ, ਕਹਿੰਦੇ ਪਾਤਸ਼ਾਹ ਮੋਦੀਖਾਨਾ ਦਿਆ ਕਰੋ, ਕਿਰਪਾ ਕਰ ਤੁਸੀਂ ਮੋਦੀਖਾਨੇ ਬਹੁਤਾ ਸਮਾਂ ਨਾ ਰਿਹਾ ਕਰੋ। ਮਰਦ ਕਹਿੰਦੇ ਭੈਣ ਜੀ 7 ਵਚਨ। ਦੇਖੋ ਉਸ ਪਰਿਵਾਰ ਲਈ ਕਿੰਨੀ ਵੱਡੀ ਪ੍ਰੋਬਲਮ ਸੀ। ਮੂਲਚੰਦ ਜੀ ਸੱਸ ਚੰਦੋ ਰਾਣੀ ਲਈ ਕਹਿੰਦੇ ਮਰਦ ਘਰ ਨਹੀਂ ਆਉਂਦੇ, ਘਰ ਆ ਕੇ ਬਹਿੰਦੇ ਨਹੀਂ। ਭੈਣ ਜੀ ਨੇ ਬੜੇ ਪਿਆਰ ਦੀ ਇੱਕੋ ਬੇਨਤੀ ਕੀਤੀ, ਮਰਦ ਨੇੜੇ ਹੋ ਕੇ ਵੀ ਤੁਹਾਡੇ ਤੋਂ ਦੂਰ ਹਾਂ ਅਸੀਂ, ਦਰਸ਼ਨ ਨਹੀਂ ਹੁੰਦੇ ਕਦੇ। ਸਤਿਗੁਰ ਕਹਿੰਦੇ ਕਿ ਕਦੇ ਹੋਣਾ ਨਹੀਂ ਭੈਣ ਜੀ, ਆਇਆ ਕਰਾਂਗੇ ਅਸੀਂ। ਹੁਣ ਜੋ ਇੱਥੇ ਗੁਫ਼ਤਗੂ ਹੋਣੀ ਹੈ, ਬਚਨ ਵਿਲਾਸ ਹੋਣੇ ਆ, ਅਗਲੇ ਚੋਜਮਾਨ ਦੇ ਜਿੱਦਾਂ ਹੋਣਗੇ, ਕਿਉਂਕਿ ਜੋ ਵਿਅਕਤੀਗਤ ਪਰਿਵਾਰ ਦੇ ਜੋੜ ਸੀ ਉਹਨਾਂ ਦੀ ਸਮਾਪਤੀ ਭਾਈ ਬਾਲਾ ਜੀ ਨੇ ਕਰ ਦਿੱਤੀ ਹੈ। ਵੀ ਆਹ ਲੜਾਈ ਘਰ ਚ ਹੋਈ ਸੀ, ਏਦਾਂ ਦੀਆਂ ਗੱਲਾਂ ਹੋਈਆਂ, ਆਹ ਰਿਸ਼ਤਾ ਟੁੱਟਣ ਤੱਕ ਵੀ ਇੱਕ ਵਾਰ ਗੱਲ ਆ ਗਈ ਸੀ। ਪਰ ਵੇਖੋ ਇਧਰ ਬੇਪਰਵਾਹ ਨਹੀਂ, ਰੌਲੇ ਕੋਈ ਨਹੀਂ, ਨਾ ਕੋਈ ਸ਼ਿਕਨਾ ਚਿਹਰੇ ਤੇ, ਨਾ ਕੋਈ ਘਬਰਾਹਟ ਹੈ, ਨਾ ਕੋਈ ਗੁੱਸਾ ਗਿਲਾ ਹੈ, ਨਾ ਕਿਸੇ ਪ੍ਰਤੀ ਕੋਈ ਵੈਰ ਭਾਵ ਹੈ। ਜੇ ਹੈ ਅੰਦਰ ਸਦਾ ਆਨੰਦ ਹੈ। ਜਿਵੇਂ ਮਾਂ ਦੀ ਕਿਰਪਾ ਕਰਨਗੇ ਕੱਲ ਸ਼ਾਮ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।